ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰੈ ਵਖਿਆਣ। ਆਖੈ ਬ੍ਰਹਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ। ਆਖੈ ਈਸ਼ਰ ਆਖੈ ਸਿੱਧ, ਆਖੈ ਕੀਤੇ ਕੀਤੇ ਬੁੱਧ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ। ਕੀਤੇ ਆਖੈ ਆਖਣ ਪਾਹੇ, ਕੀਤੇ ਕਹਿ ਕਹਿ ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇ, ਤਾਂ ਆਖ ਨ ਸਕੈ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਆਪਾਂ ਅੱਜ 26 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। 25 ਨੰਬਰ ਪੌੜੀ ਤੱਕ ਆਪਾਂ ਪਾਠ ਵਿਚਾਰ ਸਰਵਣ ਕਰ ਚੁੱਕੇ ਹਾਂ। ਗੁਰਦੇਵ ਮਹਾਰਾਜ ਜੀ ਨੇ ਬਾਣੀ ਦੁਆਰਾ ਜੋ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ, ਉਸ ਮਾਲਕ ਦੇ ਨਾਲ ਜੁੜਨ ਦੀ, ਉਸ ਪਰਿਪੂਰਨ ਪਰਮਾਤਮਾ ਦਾ ਰੂਪ ਬਣਨ ਦੀ ਅਤੇ ਨਾਲ ਨਾਲ ਆਪਣੀ ਜ਼ਿੰਦਗੀ ਨੂੰ ਸੁਚੱਜਾ ਬਣਾਉਣ ਦੀ, ਰੋਜ਼ਮर्रा ਦੀ ਜ਼ਿੰਦਗੀ ਵਿੱਚ ਅਸੀਂ ਕਿਵੇਂ ਆਪਣੀ ਜ਼ਿੰਦਗੀ ਚੰਗੇ ਕੰਮ ਕਰਨੇ ਨੇ, ਕਿਵੇਂ ਅਸੀਂ ਸੋਹਣੇ ਇਨਸਾਨ ਬਣ ਕੇ ਸਮਾਜ ਨੂੰ ਸੋਹਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਗੁਰਦੇਵ ਜੀ ਨੇ ਬਹੁਤ ਪਿਆਰੀਆਂ ਵਿਚਾਰਾਂ ਸਾਡੀ ਝੋਲੀ ਵਿੱਚ ਪਾਈਆਂ ਹਨ। ਤੋ ਜਿਵੇਂ ਆਪਾਂ ਪਹਿਲੀਆਂ ਪੌੜੀਆਂ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਗੁਰਦੇਵ ਜੀ ਨੇ ਉਸ ਪਰਿਪੂਰਨ ਪਰਮਾਤਮਾ ਬਾਰੇ ਜੋ ਵਿਚਾਰ ਬਖਸ਼ਿਸ਼ ਕੀਤੇ ਸਨ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਿਉਂਕਿ ਪਰਮਾਤਮਾ ਬਾਰੇ ਬੜੇ ਵੱਡੇ ਭੁਲੇਖੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਪਏ ਹੋਏ ਸਨ, ਗੁਰੂ ਨਾਨਕ ਸਾਹਿਬ ਜੀ ਦੇ ਵਕਤ ਵੀ ਸਨ ਅਤੇ ਅੱਜ ਵੀ ਨੇ। ਤੋ ਗੁਰਦੇਵ ਪਿਤਾ ਮਹਾਰਾਜ ਜੀ ਨੇ ਉਹ ਬਹੁਤ ਭੁਲੇਖਿਆਂ ਨੂੰ ਕੱਢਣ ਦੀ ਸਾਡੇ ਵਿੱਚੋਂ ਕੋਸ਼ਿਸ਼ ਕੀਤੀ, ਪਰ ਅਜੇ ਵੀ ਸਾਡੇ ਬਹੁਤ ਵੀਰ ਭੈਣਾਂ ਇਹਨਾਂ ਭੁਲੇਖਿਆਂ ਵਿੱਚ ਪਏ ਹੋਏ ਨੇ। ਉਹਦੇ ਪਿੱਛੇ ਇੱਕ ਵਜ੍ਹਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਇਹ ਸੁਨੇਹਾ ਹੈ, ਜਿਹੜਾ ਬਾਣੀ ਦੇ ਰੂਪ ਵਿੱਚ ਸਾਨੂੰ ਉਹਨਾਂ ਨੇ ਬਖਸ਼ਿਸ਼ ਕੀਤਾ ਹੈ, ਬਹੁਤਿਆਂ ਨੇ ਤਾਂ ਅਜੇ ਤੱਕ ਰਮਾਲਾ ਚੱਕ ਕੇ ਇਹਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਪੜ੍ਹਨਾ ਵਿਚਾਰਨਾ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਜਦੋਂ ਅਸੀਂ ਆਮ ਪਰਿਵਾਰਾਂ ਨੂੰ ਪੁੱਛਦੇ ਹਾਂ, ਭਾਈ ਤੁਹਾਡੇ ਵਿੱਚੋਂ ਕਿੰਨੇ ਸਹਿਜ ਪਾਠ ਕਰਦੇ ਨੇ, ਅਤੇ ਪਰਿਵਾਰਾਂ ਵਿੱਚੋਂ ਇੱਕ ਅੱਧਾ ਜੀ ਕੋਈ ਇਹ ਗੱਲ ਮੰਨਦਾ ਹੈ ਕਿ ਅਸੀਂ ਸਹਿਜ ਪਾਠ ਕਰਦੇ ਹਾਂ, ਅਤੇ ਬਹੁਤ ਪਰਿਵਾਰ ਤਾਂ ਐਸੇ ਨੇ ਜਿਨ੍ਹਾਂ ਨੇ ਕਦੀ ਆਪ ਘਰ 'ਚ ਗੁਰਬਾਣੀ ਪੜ੍ਹ ਕੇ ਵੇਖੀ ਨਹੀਂ। ਤਾਂ ਫਿਰ ਇਹ ਗੱਲ ਤਾਂ ਸੁਭਾਵਿਕ ਹੈ ਕਿ ਸਾਨੂੰ ਕਿੱਦਾਂ ਪਤਾ ਲੱਗੇਗਾ ਗੁਰੂ ਸਾਹਿਬ ਨੇ ਪਰਮੇਸ਼ਰ ਬਾਰੇ ਕੀ ਵਿਚਾਰ ਦਿੱਤੇ ਨੇ, ਰੱਬ ਬਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕੀ ਵਿਚਾਰ ਹੈ, ਉਹਨਾਂ ਦੀ ਸੋਚ ਪਰਮੇਸ਼ਰ ਪ੍ਰਤੀ ਕੀ ਹੈ, ਕਿੱਦਾਂ ਗੁਰਦੇਵ ਜੀ ਨੇ ਉਹਨਾਂ ਭਰਮ ਭੁਲੇਖਿਆਂ ਨੂੰ ਸਾਡੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਜਿਹੜੇ ਭਰਮ ਭੁਲੇਖੇ ਵੱਖ-ਵੱਖ ਮਤਾਂ ਦੇ ਲੋਕਾਂ ਵੱਲੋਂ ਸਮਾਜ ਵਿੱਚ ਪਾਏ ਗਏ ਸਨ। ਹੁਣ ਇਹਦਾ ਅਰਥ ਇਹ ਨਹੀਂ ਕਿ ਮਹਾਰਾਜ ਉਹਨੂੰ ਕਹਿੰਦੇ ਵੀ ਤੁਸੀਂ ਮਾੜੇ ਜੀ ਅਸੀਂ ਚੰਗੇ। ਮਹਾਰਾਜ ਕਹਿੰਦੇ ਵੀ ਆਹ ਹੁਣ ਰਸਤਾ ਅਸੀਂ ਵੇਖਣਾ, ਇਹਨਾਂ 'ਚੋਂ ਚੰਗਾ ਕਿਹੜਾ, ਜਿਹੜਾ ਸਹੀ ਰਸਤਾ ਹੈ ਤੁਸੀਂ ਉਸ ਨੂੰ ਚੁਣ ਲਓ। ਜਿਹੜਾ ਸੌਖਾ ਲੱਗਦਾ ਹੈ ਰੋਜ਼ਮर्रा ਦੀ ਜ਼ਿੰਦਗੀ ਵਿੱਚ, ਸਾਨੂੰ ਲੱਗੇ ਵੀ ਇਹ ਰਸਤਾ ਅਸੀਂ ਆਪਣੇ ਕਿਰਤਕਾਰ ਕਰਦੇ ਹਾਂ, ਕੰਮਕਾਰ ਕਰਦੇ ਹਾਂ, ਸਾਨੂੰ ਕੋਈ ਵੱਖਰਾ ਵਿਸ਼ੇਸ਼ ਕਰਨ ਦੀ ਲੋੜ ਨਹੀਂ। ਆਪਣੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਅਸੀਂ ਇਹਨਾਂ ਗੁਣਾਂ ਨੂੰ ਅਪਣਾ ਸਕਦੇ ਹਾਂ। ਜਿਵੇਂ ਆਪਾਂ ਪੂਜਾ ਦੀ ਗੱਲ ਹੀ ਕਰੀਏ, ਜਿਹੜੀ ਪੂਜਾ
ਵਿਪਰ ਲੋਕਾਂ ਨੂੰ ਦੱਸਦਾ ਸੀ। ਉਸ ਪੂਜਾ 'ਤੇ ਖਰਚਾ ਵੀ ਆਉਂਦਾ ਸੀ, ਉਸ ਪੂਜਾ ਲਈ ਵੱਖਰਾ ਸਮਾਂ ਕੱਢਣ ਦੀ ਵੀ ਲੋੜ ਪੈਂਦੀ ਸੀ। ਉਹ ਪੂਜਾ ਆਮ ਗਰੀਬ ਜਨ ਸਧਾਰਨ ਬੰਦੇ ਦੀ ਪਹੁੰਚ ਤੋਂ ਪਰੇ ਸੀ, ਕਿਉਂਕਿ ਚੰਦਨ ਮਹਿੰਗਾ ਹੈ, ਕੇਸਰ ਮਹਿੰਗਾ ਹੈ, ਦੁੱਧ, ਹੋਰ ਅਨੇਕਾਂ ਪਦਾਰਥ, ਕਿਉਂਕਿ ਇਹ ਪੂਜਾ ਵਾਸਤੇ ਸਮੱਗਰੀ ਚਾਹੀਦੀ ਸੀ, ਫੁੱਲ ਲੈ ਕੇ ਆਉਣੇ। ਪਰ ਜਿਹੜੀ ਪੂਜਾ ਗੁਰੂ ਨਾਨਕ ਸਾਹਿਬ ਜੀ ਨੇ ਪਰਮੇਸ਼ਰ ਦੀ ਦੱਸੀ ਹੈ, ਉਸ ਪੂਜਾ ਵਾਸਤੇ ਤੁਹਾਨੂੰ ਬਾਹਰੋਂ ਇੱਕ ਵੀ ਮਟੀਰੀਅਲ ਲੈਣ ਦੀ ਲੋੜ ਨਹੀਂ, ਹਰ ਇੱਕ ਸਮਾਨ ਬੰਦੇ ਦੇ ਅੰਦਰ ਪਿਆ ਹੋਇਆ ਹੈ। ਫਿਰ ਉਸ ਤੋਂ ਬਾਅਦ ਜਿਹੜੀ ਪਰਮੇਸ਼ਰ ਦੀ ਪੂਜਾ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਰਾਹ ਦੱਸਿਆ ਹੈ, ਇੱਕ ਦਿਹਾੜੀਦਾਰ ਬੰਦਾ ਰੋਜ਼ ਕਿਰਤ ਕਰਕੇ ਸਵੇਰੇ ਕਮਾ ਕੇ ਸ਼ਾਮਾਂ ਨੂੰ ਖਾਣ ਵਾਲਾ ਵੀ ਉਹ ਪੂਜਾ ਕਰ ਸਕਦਾ, ਅਰਬਾਂਪਤੀ ਵੀ ਕਰ ਸਕਦਾ, ਕਿਉਂਕਿ ਉਸ ਪੂਜਾ ਵਾਸਤੇ ਪੈਸਾ ਖਰਚ ਕੋਈ ਨਹੀਂ ਕਰਨਾ ਪੈਣਾ। ਉਹ ਪੂਜਾ ਵਾਸਤੇ ਸਾਰੀ ਸਮੱਗਰੀ ਇਨਸਾਨ ਦੇ ਅੰਦਰ ਪਈ ਹੋਈ ਹੈ। ਤੋ ਗੁਰਦੇਵ ਦੀ ਬਾਣੀ ਆਪਾਂ ਪੜ੍ਹਦੇ ਹਾਂ, ਤੇਰਾ ਨਾਮ ਕਰੀ ਚਰਨਾਠੀਆ। ਹੁਣ ਇੱਕ ਬੰਨੇ ਚੰਦਨ ਦੀ ਲੱਕੜ ਹੈ, ਮਹਾਰਾਜ ਕਹਿੰਦੇ ਤੇਰਾ ਨਾਮ ਹੀ ਮੇਰੇ ਲਈ ਚੰਦਨ ਦੀ ਲੱਕੜ ਹੈ। ਹੁਣ ਇਹ ਨਾਮ ਹਰ ਇੱਕ ਦੇ ਅੰਦਰ ਪਿਆ ਹੈ, ਉਹਦੀ ਵਰਤੋਂ ਕਰੇ ਜਾਂ ਨਾ ਕਰੇ ਇਹ ਮਨੁੱਖ ਦੀ ਆਪਣੀ ਮਰਜ਼ੀ ਹੈ। ਤੇਰਾ ਨਾਮ ਕਰੀ ਚਰਨਾਠੀਆ, ਜੇ ਮਨ ਉਰਸਾ ਹੋਏ, ਆਪਣੇ ਮਨ ਨੂੰ ਮੈਂ ਉਹ ਪੱਥਰ ਬਣਾ ਲਾਂ ਜੇ ਤੇ ਚੰਦਨ ਘਸਾਇਆ ਜਾਂਦਾ ਹੈ। ਕਰਨੀ ਕੁੰਗੂ ਜੇਰੜੇ, ਮੈਂ ਆਪਣੇ ਆਚਰਣ ਨੂੰ ਕੇਸਰ ਬਣਾ ਲਵਾਂ। ਕਰਨੀ ਕੁੰਗੂ ਜੇਰੜੇ, ਤੇ ਘਾਟੇ ਅੰਤਰ ਪੂਜਾ ਹੋਏ, ਹਿਰਦੇ ਵਿੱਚ ਆਪਣੇ ਆਪ ਪੂਜਾ ਹੋਏਗੀ। ਕੰਮ ਕਰ ਕਰਦੇ ਆਪਣੇ ਆਪ ਵਿਸ਼ੇਸ਼ ਸਮਾਂ ਕੱਢਣ ਦੀ ਲੋੜ ਨਹੀਂ ਪਵੇਗੀ। ਹੁਣ ਇਹ ਕਿੰਨਾ ਸੌਖਾ ਰਾਹ ਸੀ। ਤੋ ਜੇ ਇਸ ਰਸਤੇ ਨੂੰ ਅਸੀਂ ਅਪਣਾ ਲੈਂਦੇ, ਤੇ ਜਿਹੜੇ ਸਾਡੇ ਬੱਚੇ ਪੁੱਤਰ ਧੀਆਂ ਅੱਜ ਗੁਰਬਾਣੀ ਤੋਂ, ਗੁਰੂ ਵਿਚਾਰ ਤੋਂ ਮੁਨਕਰ ਹੋਏ ਨੇ, ਸ਼ਾਇਦ ਉਹ ਕਦੀ ਨਾ ਹੁੰਦੇ। ਤੋ ਆਪਾਂ ਜਿਵੇਂ ਪਿਛਲੀਆਂ ਪੌੜੀਆਂ ਵਿੱਚ ਸਰਵਣ ਕਰਦੇ ਆ ਰਹੇ ਹਾਂ, ਇਹ ਜਿਹੜੀ 26 ਨੰਬਰ ਪੌੜੀ ਦਾ ਆਪਾਂ ਪਾਠ ਸਰਵਣ ਕੀਤਾ ਹੈ, ਪਾਤਸ਼ਾਹ ਨੇ ਬਹੁਤ ਸੋਹਣੇ ਸ਼ਬਦਾਂ ਵਿੱਚ ਵਿਚਾਰ ਬਖਸ਼ਿਸ਼ ਕੀਤੇ ਨੇ। ਇਸ ਪੌੜੀ ਦੀਆਂ ਆਪਾਂ ਅਖੀਰਲੀਆਂ ਤੁਕਾਂ ਵੱਲ ਧਿਆਨ ਦਈਏ ਵੀ ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਜੇ ਕੋ ਆਖੈ ਬੋਲ ਵਿਗਾੜ, ਬੋਲ ਵਿਗਾੜ ਦਾ ਅਰਥ ਹੁੰਦਾ ਹੈ ਜਿਹੜਾ ਕੋਈ ਬੜਬੋਲਾ ਬੰਦਾ ਆਪਣੀ ਮਨ ਮਰਜ਼ੀ ਦੇ ਤਰੀਕੇ ਦੱਸੇ ਵੀ ਆਹ ਰਸਤਾ ਹੈ ਉਸ ਨੂੰ ਪਾਉਣ ਦਾ, ਜਾਂ ਪ੍ਰਮਾਤਮਾ ਨੂੰ ਪੇਸ਼ ਕਰਨ ਵਾਸਤੇ ਆਪਣੇ ਕੋਲੋਂ ਵਿਚਾਰਾਂ ਘੜੇ ਵੀ ਇੱਦਾਂ ਮੈਂ ਦੱਸਦਾ ਕਿ ਰੱਬ ਆਹ ਹੈ, ਤਾਂ ਲਿਖੀਏ ਸਿਰ ਗਾਵਾਰਾਂ ਗਵਾਰ, ਉਹ ਮੂਰਖਾਂ ਸਿਰ ਮੂਰਖ ਗਿਣਿਆ ਜਾਏਗਾ। ਜੇ ਕੋ ਆਪਣੀ ਚਲਾਕੀ ਨਾਲ, ਕਿਉਂਕਿ ਪਹਿਲਿਆਂ ਸਮਿਆਂ 'ਚ ਵੀ ਐਸਾ ਹੋਇਆ, ਕਿਸੇ ਨੇ ਬੁੱਤ ਘੜ ਕੇ ਕਹਿਤਾ ਆਹ ਰੱਬ ਹੈ, ਭਾਵੇਂ ਉਹ ਲੱਕੜ ਦਾ ਸੀ ਭਾਵੇਂ ਪੱਥਰ ਦਾ ਸੀ, ਕਿਸੇ ਨੇ ਰੁੱਖ ਨੂੰ ਰੱਬ ਕਹਿ ਦਿੱਤਾ, ਕਿਸੇ ਨੇ ਕਿਸੇ ਜੀਵ ਜੰਤੂ ਨੂੰ ਰੱਬ ਕਹਿਤਾ ਵੀ ਇਹਨੂੰ ਮੱਥਾ ਟੇਕੋ। ਕੋਈ ਕਿਸੇ ਤਰੀਕੇ ਨਾਲ ਰੱਬ ਦਾ ਰੂਪ ਪੇਸ਼ ਕਰ ਰਿਹਾ, ਮਹਾਰਾਜ ਕਹਿੰਦੇ ਤੂੰ ਕਿੱਦਾਂ ਪੇਸ਼ ਕਰ ਸਕਦਾ। ਉੱਥੇ ਸਿਰਫ ਇੱਦਾਂ ਪੇਸ਼ ਕੀਤਾ ਵੀ ਇੱਕ ਓਅੰਕਾਰ, ਉਹ ਸਰਬ ਵਿਆਪਕ ਹੈ, ਭਾਵ ਅਸੀਂ ਉਹਦਾ ਇੱਕ ਹਿੱਸਾ ਵਾਂ, ਉਹਦਾ ਇੱਕ ਰੂਪ ਵਾਂ, ਬਸ ਆਪਣੀ ਜ਼ਿੰਦਗੀ ਨੂੰ ਸਵਾਰ, ਆਪਣੀ ਜ਼ਿੰਦਗੀ ਨੂੰ ਸਵਾਰਨੇ ਉਸ ਨੂੰ ਪਾਉਣਾ ਹੈ। ਤੋ ਗੱਲ ਤਾਂ ਸਿੱਧੀ ਜੀ ਸੀ, ਇਹਨੂੰ ਉਲਝਾਇਆ ਜ਼ਿਆਦਾ ਗਿਆ। ਤੋ ਗੁਰੂ ਸਾਹਿਬ ਜੀ ਨੇ, ਤਾਂ ਹੀ ਤੁਸੀਂ ਵੇਖੋ ਜੇ ਮੂਰਤੀ ਸਥਾਪਿਤ ਨਹੀਂ ਹੋ ਸਕਦੀ, ਤੇ ਪਾਤਸ਼ਾਹ ਜੀ ਨੇ ਸਾਡੀ ਜ਼ਿੰਦਗੀ ਵਿੱਚੋਂ ਭਰਮ ਭੁਲੇਖੇ ਕੁਝ ਤਾਂ ਬਿਲਕੁਲ ਸੱਤ ਵੱਲ ਜਾ ਡਿੱਗੇ। ਜਿਵੇਂ ਮੂਰਤੀਆਂ ਨੂੰ ਭੋਗ ਲਵਾਏ ਜਾਂਦੇ ਸੀ, ਜਿੱਦਾਂ ਮੂਰਤੀਆਂ ਨੂੰ ਭੋਗ ਲਵਾਏ ਜਾਂਦੇ ਸੀ, ਉਹਨਾਂ ਨੂੰ ਇਸ਼ਨਾਨ ਕਰਾਏ ਜਾਂਦੇ ਸੀ, ਉਹਨਾਂ ਗਾੜੀ ਮੱਥੇ ਟੇਕੇ ਜਾਂਦੇ ਸੀ। ਕਈ ਤਾਂ ਉਸੇ ਤਰਜ਼ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਭੋਗ ਲਵਾ ਰਹੇ ਨੇ। ਠੰਡ ਲੱਗਦੀ ਹੈ ਤੇ ਰੁਮਾਲਾ ਉਹਨਾਂ ਨੂੰ ਕੰਬਲ ਦਿੰਦੇ ਨੇ, ਜੇ ਉਹਨਾਂ ਨੂੰ ਗਰਮੀ ਲੱਗਦੀ ਹੈ ਤੇ ਨਾਲ AC ਏਅਰ ਕੰਡੀਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ। ਉਹ ਇੰਝ ਸੋਚਦੇ ਆ ਵੀ ਸ਼ਾਇਦ ਇੱਦਾਂ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਵੱਧ ਕਰਾਂਗੇ, ਬਲਕਿ ਸਤਿਕਾਰ ਗੁਰੂ ਸਾਹਿਬ ਦੀ ਗੱਲ ਨੂੰ ਮੰਨਣਾ ਹੈ। ਹਾਂ, ਅਸੀਂ ਧਿਆਨ ਰੱਖਣਾ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਸਰੂਪਾਂ ਦਾ, ਧਿਆਨ ਰੱਖੀਏ ਕਿ ਉਹਨਾਂ ਦੀ ਜਿਲਦ ਨਾ ਖਰਾਬ ਹੋਵੇ। ਅਸੀਂ ਪੜ੍ਹਨ ਲੱਗਿਆਂ ਧਿਆਨ ਰੱਖੀਏ। ਮੇਨ ਤੇ ਅਸੀਂ ਇਸ ਗੱਲ ਦਾ ਧਿਆਨ ਰੱਖਣਾ, ਸਤਿਕਾਰ ਅਸਲੀ ਹੈ ਤੁਧ ਨੂੰ ਨਿਵਣ ਮੰਨਣ ਤੇਰਾ ਨਾਉ। ਗੁਰੂ ਜੀ ਦੀ ਗੱਲ ਨੂੰ ਮੰਨਣਾ ਹੀ ਗੁਰੂ ਜੀ ਦਾ ਪੂਰਨ ਸਤਿਕਾਰ ਕਰਨਾ ਹੈ। ਗੁਰੂ ਸਾਹਿਬ ਜੀ ਦੀ ਵਿਚਾਰ ਨੂੰ ਕੇਵਲ ਇਹ ਬਾਹਰੀ ਤੌਰ 'ਤੇ, ਤੁਸੀਂ ਵੇਖੋ ਕਿੰਨੇ ਡੇਰੇਦਾਰ ਨੇ ਜਿਹੜੇ ਸੈਰਾਂ ਵੀ ਕਰਾ ਰਹੇ ਨੇ, ਭੋਗ ਵੀ ਲਵਾ ਰਹੇ ਨੇ। ਉਹ ਸੋਚਦੇ ਨੇ ਵੀ ਸ਼ਾਇਦ ਇਹ ਸਤਿਕਾਰ ਕਰਨਾ ਹੈ। ਤੁਸੀਂ ਪਿੱਛੇ ਜੇ ਵੇਖਿਆ ਹੋਣਾ, ਇੱਕ ਬਾਬੇ ਨੇ ਉਹ ਗੁਰੂ ਸਾਹਿਬ ਦਾ ਜਦੋਂ ਪ੍ਰਕਾਸ਼ ਦਿਹਾੜਾ ਆਉਂਦਾ ਹੈ, ਉਦੋਂ ਬਕਾਇਦਾ ਕੇਕ ਰੱਖ ਕੇ ਗਾੜੀ ਕੇਕ ਵੀ ਕੱਟਿਆ। ਆ ਇੱਕ ਬਾਬਾ ਹੁੰਦਾ ਸੀ, ਉਹਨੇ ਬਕਾਇਦਾ ਉੱਦਾਂ ਦਾ ਪਖੰਡ ਕਰਨਾ ਵੀ ਮੈਂ ਗੁਰੂ ਸਾਹਿਬ ਦਾ ਇੱਦਾਂ ਜਨਮ ਦਿਨ ਮਨਾ ਰਿਹਾ ਜਿਵੇਂ ਆਮ ਲੋਕ ਆਪਣੇ ਘਰਾਂ 'ਚ ਆਪਣੇ ਬੱਚਿਆਂ ਦੇ ਮਨਾਉਂਦੇ ਨੇ। ਤੋ ਅਸੀਂ ਬਿਲਕੁਲ ਆਪਣੇ ਵਰਗਾ, ਕਿਉਂਕਿ ਸਾਡਾ ਗੁਰੂ ਗਿਆਨ ਸ਼ਬਦ ਗੁਰੂ ਸੀ, ਜਿਹਨੇ ਸਾਡੀ ਜ਼ਿੰਦਗੀ ਨੂੰ ਸੰਵਾਰਨਾ ਸੀ, ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਸੀ। ਤੋ ਪਾਤਸ਼ਾਹ ਜੀ ਨੇ ਬੜਾ ਸੌਖਾ ਸਿੱਧਾ ਰਾਹ ਦੱਸਿਆ। ਜਦੋਂ ਅੱਜ ਕਈ ਸਿੱਖੀ ਘਰਾਣਿਆਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਵੀਰ ਭੈਣਾਂ ਸਵਾਲ ਕਰਦੇ ਨੇ, ਅਤੇ ਉਹਨਾਂ ਦੇ ਸਵਾਲਾਂ ਤੋਂ 1 ਮਿੰਟ 'ਚ ਜੱਜਮੈਂਟ ਹੋ ਜਾਂਦੀ ਹੈ ਕਿ ਇਹ ਬੰਦੇ ਨੇ ਬਾਣੀ ਅਜੇ ਪੜ੍ਹੀ ਨਹੀਂ, ਇਸ ਨੂੰ ਅਜੇ ਬਾਣੀ ਬਾਰੇ ਕੱਖ ਵੀ ਨਹੀਂ ਪਤਾ। ਜਦੋਂ ਤੁਸੀਂ ਗੁਰਬਾਣੀ ਆਪ ਪੜ੍ਹਨੀ ਵਿਚਾਰਨੀ ਸ਼ੁਰੂ ਕਰੋਗੇ, ਤੁਸੀਂ ਸਵਾਲ ਦਾ ਜਵਾਬ ਕਿਸੇ ਕੋਲੋਂ ਪੁੱਛਣ ਦੀ ਬਜਾਏ ਦੂਜਿਆਂ ਨੂੰ ਸਵਾਲ ਦਾ ਜਵਾਬ ਦੇਣ ਯੋਗੇ ਹੋ ਜਾਓਗੇ ਕਿ ਭਾਈ ਬਾਣੀ ਨੇ ਤਾਂ ਰਾਹ ਹੀ ਬੜਾ ਸੌਖਾ ਦੱਸਿਆ, ਕੋਈ ਉਲਝਣ ਵਾਲਾ ਰਸਤਾ ਹੈ ਹੀ ਨਹੀਂ ਹੈ। ਤੋ ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾਂ ਗਵਾਰ। ਜੇ ਕੋਈ ਬੜਬੋਲਾ ਬੰਦਾ ਇਹ ਦੱਸਣ ਦੀ ਕੋਸ਼ਿਸ਼ ਕਰੇ ਮੈਂ ਦੱਸਦਾ ਰੱਬ ਕਿੱਡਾ ਵੱਡਾ ਹੈ,
ਤਾਂ ਲਿਖੀ ਹੈ, ਸਿਰ ਗਾਵਾਰਾਂ ਗਵਾਰ, ਉਹ ਮੂਰਖਾਂ ਸਿਰ ਮੂਰਖ ਗਿਣਿਆ ਜਾਏਗਾ। ਹੁਣ ਤੁਸੀਂ ਆਪ ਹਿਸਾਬ ਲਾ ਲਓ, ਕਿੰਨੇ ਮੂਰਖ ਇਹੋ ਜਿਹੇ ਆਏ ਤੇ ਕਿੰਨੇ ਮੂਰਖ ਇੱਥੋਂ ਦੁਨੀਆ ਤੋਂ ਚਲੇ ਗਏ, ਜਿਹੜੇ ਦੱਸਣ ਦਾ ਦਾਅਵਾ ਕਰਦੇ ਰਹੇ ਕਿ ਪਹਿਲਿਆਂ ਕੋ ਨਹੀਂ ਦੱਸਿਆ ਗਿਆ, ਮੈਂ ਦੱਸਾਂਗਾ ਰੱਬ ਆ ਹੈ। ਕਿਸੇ ਨੇ ਕਿਹਾ ਦੱਖਣ ਵਾਲੇ ਪਾਸੇ ਮੂੰਹ ਕਰ ਲਓ, ਕਿਸੇ ਨੇ ਕਿਹਾ ਪੱਛਮ ਵਾਲੇ ਬੰਨੇ ਮੂੰਹ ਕਰ ਲਓ, ਕਿਸੇ ਨੇ ਉਹਦੀ ਮੂਰਤੀ ਬਣਾ ਕੇ ਕਿਹਾ ਆ ਮੈਂ ਥਾਲ ਘੁਮਾਤਾ, ਇਹਦੀ ਆਰਤੀ ਹੋ ਗਈ ਹੈ। ਕਿਸੇ ਨੇ ਕਿਹਾ ਚਾਰ ਦੀਵਾਰੀ ਵਿੱਚ ਬੰਦ ਹੈ। ਤੇ ਭਗਤਾਂ ਨੇ ਤਾਈਓ ਤੇ ਉਹਨਾਂ ਦਾ ਸਭ ਤੋਂ ਵੱਧ ਵਿਰੋਧ ਹੋਇਆ ਸੀ, ਜਿਨ੍ਹਾਂ ਆਖਿਆ ਈਬੇ ਬੀਠਲ ਊਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪਰਣਵੈ, ਪੂਰ ਰਹਿਓ ਤੂੰ ਸਰਬ ਮਹੀ। ਜਿਨ੍ਹਾਂ ਕਹਿਤਾ ਉਹ ਤੋਂ ਬਿਨਾਂ ਗੱਲ ਥਾਂ ਕੋ ਖਾਲੀ ਹੈ ਹੀ ਨਹੀਂ। ਹੁਣ ਇਹ ਰਾਹ ਨਹੀਂ ਸੀ ਚਾਹੁੰਦਾ ਉਹ, ਜਿਹਨੇ ਰੱਬ ਦੇ ਨਾਂ 'ਤੇ ਸਭ ਤੋਂ ਵੱਡੀ ਆਪਣੀ ਦੁਕਾਨ ਖੋਲ੍ਹੀ ਸੀ, ਜਿਹਨੇ ਰੱਬ ਦੇ ਨਾਂ 'ਤੇ ਆਪਣਾ ਅਡੰਬਰ ਰਚਿਆ ਸੀ, ਉਹ ਕਦੀ ਨਹੀਂ ਸੀ ਚਾਹੁੰਦਾ ਇਹ ਗੱਲ ਆਮ ਜਨ ਸਧਾਰਨ ਬੰਦੇ ਨੂੰ ਸਮਝ ਲੱਗੇ, ਵੀ ਆਮ ਕਿਰਤੀ ਬੰਦਾ ਵੀ ਜਿਹੜਾ ਇਸ ਵਿਚਾਰ ਨਾਲ ਜੁੜ ਸਕੇ, ਜਿਹੜਾ ਬੰਦਾ ਦਿਹਾੜੀ ਕਰਨ ਵਾਲਾ, ਜਿਹੜਾ ਬੰਦਾ ਕਿਸੇ ਕਾਰਖਾਨੇ 'ਚ ਕੰਮ ਕਰਨ ਵਾਲਾ, ਕੋਈ ਬੱਸ ਟਰੱਕ ਚਲਾਉਣ ਵਾਲਾ, ਕੋਈ ਪੁਲਿਸ ਜੌਬ ਕਰਨ ਵਾਲਾ, ਕੋਈ ਡਾਕਟਰ, ਹਰ ਕੋਈ ਬੰਦਾ, ਬਿਜ਼ਨਸਮੈਨ, ਨੌਕਰੀ ਪੇਸ਼ੇ ਵਾਲਾ ਬੰਦਾ। ਤਾਂ ਇਸ ਤੋਂ ਪਤਾ ਲੱਗਦਾ ਗੁਰੂ ਸਾਹਿਬ ਨੇ ਸਿੱਧਾ ਰਸਤਾ ਦੱਸਣ ਲੱਗਿਆ। ਉਦਾਹਰਨਾਂ ਵੀ ਕਿੱਡੀਆਂ ਪਿਆਰੀਆਂ ਦਿੱਤੀਆਂ, ਖੇਤੀਬਾੜੀ ਦੀ ਉਦਾਹਰਨ ਦਿੱਤੀ, ਵਪਾਰ ਦੀ ਉਦਾਹਰਨ ਦਿੱਤੀ, ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਤੋਂ ਪਤਾ ਲੱਗਦਾ ਗੁਰਦੇਵ ਜੀ ਤਾਂ ਕਿ ਕਿਸਾਨ ਆਪਣੀ ਕਿਰਸਾਨੀ ਕਿੱਤੇ ਨਾਲ ਸੰਬੰਧ ਰੱਖਣ ਵਾਲੀਆਂ ਜਦੋਂ ਉਦਾਹਰਨਾਂ ਸੁਣੇਗਾ ਉਹਨੂੰ ਸਮਝ ਆਏਗਾ ਵੀ ਜੇ ਮੈਂ ਆਪਣੇ ਖੇਤਾਂ 'ਚ ਕੰਮ ਕਰਦਾ, ਇੱਦਾਂ ਮੈਂ ਆਪਣੇ ਮਨ ਨੂੰ ਉਦਮੀ ਬਣਾਵਾਂ। ਸੁਣ ਸਾਸ ਸੌਦਾਗਰੀ ਸੱਤ ਘੋੜੇ ਲੈ ਚੱਲ, ਜਦੋਂ ਇਹ ਸ਼ਬਦ ਆਪਾਂ ਪੜ੍ਹਦੇ, ਹਾਣ ਹੱਟ ਕਰ ਯਾਰ ਜਾ, ਸਤ ਨਾਮ ਕਰ ਵਤ, ਸੁਰਤ ਸੋਚ ਕਰ ਭਾਣ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਹਾ ਸੋ ਵਣਜ ਘਰ ਲੈ ਲਾਹਾ ਮਨ ਹੱਸ। ਤੋ ਇਹਨਾਂ ਸ਼ਬਦਾਂ ਤੋਂ ਪਤਾ ਲੱਗਦਾ ਗੁਰੂ ਸਾਹਿਬ ਸਿੱਧਾ ਤੇ ਸਪਸ਼ਟ ਰਾਹ ਦੱਸ ਰਹੇ ਸੀ। ਬਸ ਉਲਝਾਇਆ ਕਿਹਨਾਂ ਨੇ, ਜਿਹੜੇ ਚਾਹੁੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਗੱਲ ਆਮ ਜਨ ਸਧਾਰਨ ਬੰਦੇ ਨੂੰ ਪਤਾ ਲੱਗ ਗਈ, ਫਿਰ ਕਿਸੇ ਨੇ ਸਾਡੇ ਡੇਰੇ ਮੱਥਾ ਟੇਕਣ ਨਹੀਂ ਆਉਣਾ। ਫਿਰ ਸਾਡੇ ਥੋੜ੍ਹਾ ਕਿਸੇ ਨੇ ਚਰਨ ਪਾਉਣੇ, ਬਾਬਾ ਜੀ ਆਓ ਨਾ ਸਾਡੇ ਘਰ ਚਰਨ ਪਵਾਓ। ਫਿਰ ਅਗਲਾ ਕਹੇਗਾ ਨਹੀਂ ਭਾਈ, ਤੇਰੇ ਪੈਰ ਵੀ ਤਾਂ ਮੇਰੇ ਪੈਰਾਂ ਵਰਗੇ, ਸਗੋਂ ਤੇਰੇ ਪੈਰਾਂ ਨਾਲੋਂ ਮੇਰੇ ਪੈਰ ਚੰਗੇ ਨੇ। ਮੈਂ ਤਾਂ ਸਵੇਰੇ ਜਾਣਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਦਾ, ਤੂੰ ਤਾਂ ਵਿਹਲਾ ਹੈ। ਤੇ ਗੁਰੂ ਸਾਹਿਬ ਨੇ ਕਿੰਨਾ ਸੌਖਾ ਤੇ ਸਿੱਧਾ ਰਾਹ ਦੱਸਿਆ ਸੀ, ਕਿੰਨੀ ਪਿਆਰੀ ਵਿਚਾਰ ਬਖਸ਼ਿਸ਼ ਕੀਤੀ ਸੀ। ਤੋ ਆਓ ਭਾਈ, ਜਿਹੜੀ ਗੱਲ ਗੁਰਦੇਵ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ ਕਿ ਜੇ ਕੋ ਆਖੇ ਬੋਲ ਵਿਗੜ, ਜੇ ਕੋਈ ਬੰਦਾ ਬੜਬੋਲਾ ਨਵੇਂ ਤੋਂ ਨਾ ਰਾਹ ਦੱਸਣ ਦੀ ਕੋਸ਼ਿਸ਼ ਕਰੇ ਕਿ ਮੈਂ ਦੱਸਦਾ ਰੱਬ ਇੱਦਾਂ ਦਾ ਹੈ ਜਾਂ ਰੱਬ ਐਡਾ ਵੱਡਾ ਹੈ, ਇੱਦਾਂ ਹੱਦ ਬੰਨ੍ਹ ਦੇਵੇ ਬਸ ਐਡਾ ਵੱਡਾ ਰੱਬ ਹੈ, ਆਹ ਰੱਬ ਹੈ, ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ, ਉਹ ਸਮਾਜ ਵਿੱਚ ਮੂਰਖਾਂ ਸਿਰ ਮੂਰਖ ਗਿਣਿਆ ਜਾਏਗਾ। ਹੁਣ ਗੁਰੂ ਸਾਹਿਬ ਜੀ ਨੇ ਇਸ ਸਾਰੀ ਪੌੜੀ ਵਿੱਚ ਉਹਨਾਂ ਦੀ ਗੱਲ ਕੀਤੀ, ਉਹਨਾਂ ਬਾਰੇ ਵਿਚਾਰ ਬਖਸ਼ਿਸ਼ ਕੀਤੇ, ਜਿਹੜੇ ਉਸ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਹਨੂੰ ਵੱਡਾ ਕਹਿਣ ਦਾ ਦਾਅਵਾ ਕਰਨ ਦਾ ਯਤਨ ਕਰਦੇ ਰਹੇ, ਉਹਨੂੰ ਪੇਸ਼ ਕਰਨ ਦਾ ਯਤਨ ਕਰਦੇ ਰਹੇ ਕਿ ਰੱਬ ਏਡਾ ਵੱਡਾ ਹੈ। ਉਹ ਕਿੱਦਾਂ ਪੇਸ਼ ਕਰਦੇ ਰਹੇ, ਇਹ ਗੱਲ ਵੱਖਰੀ ਸੀ। ਪਾਤਸ਼ਾਹ ਜੀ ਕਿੰਨੇ ਸੋਹਣੇ ਬਖਸ਼ਿਸ਼ ਭਰੇ ਬਚਨ ਇੱਥੇ ਕਰ ਰਹੇ ਨੇ, ਅਮੁੱਲ ਗੁਣ। ਹੁਣ ਇੱਥੇ ਤੁਸੀਂ ਨੋਟ ਕਰਿਓ, ਜਿਹੜੇ ਤੁਹਾਡੇ 'ਚੋਂ ਸਰੋਤੇ ਬਾਣੀ ਸਮਝ ਕੇ ਪੜ੍ਹਨ ਵਾਲੇ ਬੈਠੇ ਨੇ, ਅਮੁੱਲ ਗੁਣ। ਇੱਥੇ ਅਮੁੱਲ ਦੇ ਲੱਲੇ ਨੂੰ ਕੋਈ ਮਾਤਰਾ ਨਹੀਂ ਲੱਗੀ, ਮੁਕਤਾ ਹੈ, ਅਮੁੱਲ ਗੁਣ। ਕਿਉਂਕਿ ਗੁਣ ਦੇ ਨਾਣੇ ਨੂੰ ਵੀ ਕੋਈ ਔਂਕੜ ਨਹੀਂ ਲੱਗਾ, ਗੁਣ ਵੀ ਜ਼ਿਆਦਾ ਨੇ, ਅਮੁੱਲ ਗੁਣ। ਹੁਣ ਇਹ ਜਿਹੜੇ ਗੁਰਬਾਣੀ 'ਚ ਮੈਂ ਹਰ ਵਾਰ ਇੱਕ ਸ਼ਬਦ ਦੁਹਰਾਉਣਾ ਕਿ ਇਹ ਜਿਹੜੀਆਂ ਔਂਕੜ ਸਿਹਾਰੀਆਂ ਬਿਹਾਰੀਆਂ ਨੇ, ਇਹਨਾਂ ਦੇ ਕੁਝ ਅਰਥ ਨੇ, ਇਹਨਾਂ ਦੇ ਕੁਝ ਮੀਨਿੰਗ ਨੇ। ਆਮ ਸਾਡੇ ਸੰਪਰਦਾਇ ਅਤੇ ਡੇਰੇਦਾਰ ਕਹਿੰਦੇ ਨੇ ਗੁਰਬਾਣੀ 'ਚ ਕਿਹੜਾ ਵਿਆਕਰਨ ਹੈ ਜੀ, ਗੁਰਬਾਣੀ ਦੀ ਇੱਕ ਤੁਕ ਸਿਹਾਰੀ ਬਿਹਾਰੀ ਜਿਹੜੀ ਹੈ ਉਹਦਾ ਕੋਈ ਅਰਥ ਹੈ। ਇੱਥੇ ਹੁਣ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਅਮੁੱਲ ਗੁਣ। ਹੁਣ ਤੁਸੀਂ ਨੋਟ ਕਰਿਓ, ਇਸੇ ਵਿੱਚ ਜਦੋਂ ਅਮੁੱਲ ਆਪਾਂ ਸ਼ਬਦ ਪੜ੍ਹਾਂਗੇ ਅੱਗੇ ਜਾ ਕੇ ਤੁਸੀਂ ਵੇਖਿਓ ਮਾਤਰਾ ਤੁਹਾਨੂੰ ਔਂਕੜ ਦੀ ਲੱਗੀ ਮਿਲੇਗੀ। ਅਮੁੱਲ ਗੁਣ, ਅਮੁੱਲ ਗੁਣ ਪ੍ਰਮਾਤਮਾ ਦੇ ਜਿਹੜੇ ਗੁਣ ਨੇ ਅਮੋਲਕ ਨੇ, ਭਾਵ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ। ਜਿਵੇਂ ਕਿਸੇ ਚੀਜ਼ ਦਾ ਆਪਾਂ ਮੁੱਲ ਦਿੰਦੇ ਨਾ, ਤੁਸੀਂ ਕੋਈ ਚੀਜ਼ ਖਰੀਦਦੇ ਆ ਅਤੇ ਆਪਾਂ ਕਹਿੰਦੇ ਖਰੀਦਣ ਵਾਲੇ ਨੂੰ, ਵੇਚਣ ਵਾਲੇ ਨੂੰ ਤੁਸੀਂ ਪੁੱਛਦੇ ਹੋ ਕਿੰਨੇ ਦੀ ਹੈ, ਉਹ ਤੈਅ ਕਰਦਾ ਇੰਨੇ ਦੀ ਹੈ ਅਤੇ ਬੰਦਾ ਪੈਸੇ ਦੇ ਕੇ ਖਰੀਦ ਲੈਂਦਾ ਹੈ। ਕਹਿੰਦੇ ਉਹਦੇ ਗੁਣ ਜਿਹੜੇ ਨੇ ਨਾ ਉਹ ਅਮੋਲਕ ਨੇ, ਜਿਹੜੇ ਤੁਸੀਂ ਪੈਸੇ ਨਾਲ ਖਰੀਦ ਨਹੀਂ ਸਕਦੇ। ਜਿਵੇਂ ਆਪਾਂ ਪਹਿਲੀਆਂ ਪੌੜੀਆਂ 'ਚ ਗੱਲ ਕੀਤੀ ਸੀ, ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ। ਨਾ ਉਹਨੂੰ ਲਾਲਚ ਹੈ ਅਤੇ ਨਾ ਉਹਦੀ ਤੁਸੀਂ ਕੀਮਤ ਦੇ ਕੇ ਖਰੀਦ ਸਕਦੇ ਹੋ। ਸਾਡੇ ਅੱਜ ਸਾਰਾ ਕੁਝ ਉਹ ਕੁਝ ਹੋ ਰਿਹਾ।
ਇੱਥੇ ਜਿਹੜਾ ਬੰਦਾ ਅਰਦਾਸਾਂ ਦੇ ਨਾਲ 4 ਛਿਲੜ ਵੱਧ ਦੇ ਕੇ ਆਪਣੇ ਹੱਕ ਵਿੱਚ ਇਹ ਸ਼ਬਦ ਬੁਲਾਉਣਾ ਚਾਹੁੰਦਾ, ਹੋ ਰਿਹਾ ਸਮਾਜ ਵਿੱਚ ਬੜਾ ਕੁਝ। ਉਹ ਕੁਝ ਜਿਹੜੇ ਗੱਲ ਗੁਰੂ ਸਾਹਿਬ ਜੀ ਨੇ ਜਿਸ ਦਲਦਲ 'ਚੋਂ ਸਾਨੂੰ ਕੱਢਿਆ ਸੀ, ਸਿੱਖੀ ਦੇ ਇਰਦ ਗਿਰਦ ਉਹ ਹਨੇਰਾ ਲਿਆ ਕੇ ਫਿਰ ਢੋਇਆ ਜਾ ਰਿਹਾ ਹੈ। ਤਾਂ ਪਾਤਸ਼ਾਹ ਕਿਹੜੇ ਪਿਆਰੇ ਬਖਸ਼ਿਸ਼ ਭਰੇ ਸ਼ਬਦ ਕਹਿ ਰਹੇ ਨੇ, ਅਮੁੱਲ ਗੁਣ ਅਮੁੱਲ ਵਪਾਰ। ਕਹਿਣ ਲੱਗੇ ਉਹਦੇ ਗੁਣ ਅਮੋਲਕ ਨੇ, ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ, ਅਤੇ ਉਹਦੇ ਵਪਾਰ ਵੀ ਅਮੋਲਕ ਨੇ। ਅਤੇ ਅਮੁੱਲ ਵਪਾਰੀਏ, ਅਤੇ ਜਿਹੜਾ ਉਹਦੇ ਗੁਣਾਂ ਦਾ ਵਪਾਰ ਕਰਨ ਵਾਲੇ ਨੇ ਵਪਾਰੀਏ, ਉਹ ਵੀ ਅਮੋਲਕ ਨੇ। ਹੁਣ ਕੁਦਰਤੀ ਗੱਲ ਹੈ, ਜੇ ਗੁਣ ਅਮੋਲਕ ਨੇ ਅਤੇ ਵਪਾਰ ਕਰਨ ਵਾਲੇ ਅਮੋਲਕ ਕਿਉਂ ਨਹੀਂ ਹੋਣਗੇ? ਉਹ ਕਿੰਨੇ ਮਹਿੰਗੇ ਹੋਣਗੇ, ਉਹਨਾਂ ਦੀ ਕਿੱਦਾਂ ਕੋਈ ਇਹੋ ਵਜ੍ਹਾ ਸੀ ਜਿਹੜੇ ਸੱਚ ਨਾਲ ਜੁੜੇ, ਉਹਨਾਂ ਨੂੰ ਕੋਈ ਖਰੀਦ ਨਹੀਂ ਸਕਿਆ। ਜਿਨ੍ਹਾਂ ਦਾ ਵੀ ਆਪਾਂ ਨਾਂ ਲੈਂਦੇ ਹਾਂ, ਉਹਨਾਂ ਸਾਹਮਣੇ ਕਿੰਨੀਆਂ ਜਗੀਰਾਂ ਅਗਲਿਆਂ ਨੇ ਸੁੱਟੀਆਂ, ਉਹ ਕਹਿੰਦੇ ਨਾ ਭਾਈ ਜੋੜੋ ਸੱਚੇ ਸ਼ਾਹ ਨਾ ਗਏ ਹੁਣ ਤੁਸੀਂ ਕਿਸੇ ਚੀਜ਼ ਦੇ ਕੇ ਖਰੀਦ ਥੋੜ੍ਹਾ ਸਕਦੇ, ਆਪਣੇ ਹੱਕ ਵੀ ਥੋੜ੍ਹਾ ਬੁਲਵਾ ਸਕਦੇ। ਹੋਇਆ ਕੁਝ, ਤੁਸੀਂ ਆਪਾਂ ਜਿਨ੍ਹਾਂ ਸਿੱਖਾਂ ਦੀ ਵੀ ਆਪਾਂ ਗੱਲ ਕਰਦੇ ਹਾਂ, ਭਾਵੇਂ ਉਹ ਤੁਸੀਂ ਉਸ ਘਾਈ ਦੀ ਗੱਲ ਕਰ ਲਓ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ ਜਹਾਂਗੀਰ ਦੇ ਤੰਬੂ ਵਿੱਚ ਜਾ ਵੜਿਆ ਸੀ। ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਮੇਰਾ ਸੱਚੇ ਪਾਤਸ਼ਾਹ ਦਾ ਤੰਬੂ ਨਹੀਂ ਹੈ, ਮੇਰੇ ਸੱਚੇ ਪਾਤਸ਼ਾਹ ਨਹੀਂ ਹੈ, ਅਤੇ ਉਹ ਘਾਹ 'ਤੇ ਟਕਾ ਚੱਕਣ ਲੱਗਿਆ, ਉਹਨੇ ਦੇਰ ਥੋੜ੍ਹਾ ਲਾਈ ਸੀ। ਅਜੇ ਉਹਨੇ ਕਿੰਨੇ ਲਾਜ ਦਿੱਤੇ। ਉਹਨੂੰ ਸਮਝ ਆ ਗਈ ਸੀ ਵੀ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਵਰਗੀ ਸ਼ਖਸੀਅਤ ਅਮੋਲਕ ਹੈ, ਅਤੇ ਉਹਦੇ ਨਾਲ ਜੁੜਨ ਵਾਲਾ ਸਿੱਖ ਕਿੰਨਾ ਅਮੋਲਕ ਹੋਏਗਾ, ਜਿਹਨੂੰ ਮੈਂ ਸਾਰਾ ਕੁਝ ਦੇ ਕੇ ਵੀ ਉਹਦਾ ਈਮਾਨ ਨਹੀਂ ਖਰੀਦ ਸਕਿਆ। ਅੱਜ ਟਕੇ 'ਤੇ ਨਹੀਂ ਆਪਣੀ ਜ਼ਮੀਰ ਵੇਚਦਾ ਫਿਰਦਾ ਬੰਦਾ, ਕੋਈ ਕਿਤੇ ਜਾ ਕੇ ਸਿਰ ਸੁੱਟਦਾ ਫਿਰਦਾ, ਕੋਈ ਕਿਤੇ ਜਾ ਕੇ ਸਿਰ ਸੁੱਟਦਾ ਫਿਰਦਾ। ਤਾਂ ਪਾਤਸ਼ਾਹ ਕਿੱਡੇ ਪਿਆਰੇ ਬਖਸ਼ਿਸ਼ ਭਰੇ ਬਚਨ ਕਰ ਰਹੇ ਨੇ, ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ। ਵਪਾਰੀਏ ਭਾਵ ਜਿਹੜੇ ਵਪਾਰ ਕਰਨ ਵਾਲੇ। ਵੈਸੇ ਬਾਣੀ 'ਚ ਵਣਜਾਰਾ ਸ਼ਬਦ ਵੀ ਬਹੁਤ ਵਾਰੀ ਆਇਆ ਹੈ। ਵਣਜਾਰਿਆਂ ਦੇ ਸਿਰਲੇਖ ਹੇਠ ਬਾਣੀ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੁਹਾਡੇ ਵਿੱਚੋਂ ਜਿਹੜੇ ਸਰੋਤੇ ਬਾਣੀ ਆਪ ਸਮਝ ਕੇ ਪੜ੍ਹਨ ਵਾਲੇ ਨੇ, ਜਿਵੇਂ ਵਣਜਾਰਾ ਹੁੰਦਾ ਸੀ ਕਿਸੇ ਪਿੰਡ ਦੇ ਬਾਹਰ ਆਣ ਕੇ ਉਹ ਬੈਠਦੇ 2 ਦਿਨ ਹਫ਼ਤਾ। ਹੁਣ ਵਣਜਾਰੇ ਨੂੰ ਪਤਾ ਹੁੰਦਾ ਵੀ ਇੱਥੇ ਮੈਂ 2 ਦਿਨ 4 ਦਿਨ ਹਫ਼ਤੇ ਵਾਸਤੇ ਆਇਆ, ਮੁੜ ਕੇ ਉਹਨੇ ਅੱਗੇ ਚਲੇ ਜਾਣਾ। ਇੱਥੇ ਜੀਵ ਵਣਜਾਰਾ ਆਇਆ ਹੈ ਜਿਹਨੇ ਸਦਾ ਨਹੀਂ ਰਹਿਣਾ। ਹੁਣ ਇਹਨੇ ਵਪਾਰ ਕਿਹੜਾ ਕਰਨਾ, ਇਹ ਹੁਣ ਇਹਦੇ 'ਤੇ ਡਿਪੈਂਡ ਕਰਦਾ। ਝੂਠ ਦਾ ਵਪਾਰ ਕਰੇਗਾ ਅਤੇ ਉਸ ਹਿਸਾਬ ਨਾਲ ਤੇਰਾ ਨਾਂ ਪੈ ਜਾਏਗਾ। ਚੰਗਾ ਵਪਾਰ ਕਿਉਂਕਿ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਮਾਤਾ ਦੇ ਗਰਭ 'ਚੋਂ ਨਾ ਕੋਈ ਧਰਮੀ ਪੈਦਾ ਹੁੰਦਾ ਅਤੇ ਨਾ ਕੋਈ ਧਰਮੀ ਪੈਦਾ ਹੁੰਦਾ। ਤੇਰੇ ਕਰਮਾਂ ਨੇ ਤੈਨੂੰ ਧਰਮੀ ਬਣਾਉਣਾ ਹੈ, ਤੇਰੀਆਂ ਆਦਤਾਂ ਨੇ ਤੈਨੂੰ ਪਾਪੀ ਬਣਾਉਣਾ ਹੈ। ਜਿੱਦਾਂ ਦੇ ਤੂੰ ਕਰਮ ਕਰੇਂਗਾ, ਜਿੱਦਾਂ ਦੇ ਤੇਰੀ ਸੋਚ ਆਚਰਣ ਹੋਏਗਾ, ਉਹਦੇ ਮੁਤਾਬਕ ਹੀ ਤੇਰਾ ਨਾਂ ਪੱਕ ਜਾਣਾ ਹੈ। ਤੋ ਕਿੱਡੇ ਪਿਆਰੇ ਸ਼ਬਦ ਵਰਤੇ ਨੇ ਇੱਥੇ। ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਤੈਸੀ ਵਸਤੂ ਵਿਸਾਈਏ ਜੈਸੀ ਨਿਭੈ ਨਾਲ। ਹੁਣ ਨਾਲ ਨਿਭੇ ਜਦੋਂ ਸ਼ਬਦ ਆਇਆ ਨਾ, ਤੋ ਨਾਲ ਦਾ ਅਰਥ ਨਹੀਂ ਵੀ ਅੱਗੇ ਜਾਣੀ ਹੈ। ਨਾਲ ਦਾ ਅਰਥ ਕੀ ਹੈ, ਤੇਰੀ ਜ਼ਿੰਦਗੀ 'ਚ ਕੰਮ ਆਏਗੀ। ਜਿਵੇਂ ਸਟੂਡੈਂਟ ਦੇ ਪੜ੍ਹਾਈ ਕੰਮ ਆਉਂਦੀ ਹੈ, ਉਸ ਧੀ ਦੇ ਗੁਣ ਕੰਮ ਆਉਂਦੇ ਜਿਹੜੇ ਮਾਂ ਬਾਪ ਦੇ ਕੋਲੋਂ ਸਿੱਖੇ ਹੁੰਦੇ ਨੇ। ਜੋ ਟੀਚਰ ਕੋਲੋਂ ਸਟੂਡੈਂਟ ਨੇ ਗੱਲਾਂ ਸਿੱਖੀਆਂ ਹੁੰਦੀਆਂ, ਉਹਦੀ ਜ਼ਿੰਦਗੀ 'ਚ ਕੰਮ ਆਉਂਦੀਆਂ। ਜਿਹੜੀਆਂ ਵੱਡਿਆਂ ਕੋਲੋਂ, ਦਾਦਿਆਂ ਪੜਦਾਦਿਆਂ ਕੋਲੋਂ ਕੋਈ ਚੰਗੀਆਂ ਗੱਲਾਂ ਸਿੱਖੀਆਂ ਹੁੰਦੀਆਂ, ਪੋਤਰੇ ਦੋਤੇ ਦੋਤੀਆਂ ਦੇ ਉਹ ਗੱਲਾਂ ਕੰਮ ਆਉਂਦੀਆਂ ਨੇ। ਤੋ ਨਾਲ ਦਾ ਅਰਥ ਕੀ ਹੈ, ਉਹ ਸਿੱਖਿਆ ਸੁਰਤ ਵਿੱਚ ਸਦਾ ਘਰ ਘਰ ਜਾਂਦੀ ਹੈ। ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ। ਉਹਨਾਂ ਗੁਣਾਂ ਦਾ ਵਪਾਰ ਕਰਨ ਵਾਲੇ ਵੀ ਅਮੋਲਕ ਹੁੰਦੇ ਨੇ। ਕਿਉਂਕਿ ਜਦੋਂ ਜਿਹਦੇ ਨਾਲ ਜੁੜਨਾ ਹੈ, ਜਦੋਂ ਉਹ ਅਮੋਲਕ ਹੈ, ਅਤੇ ਜੁੜਨ ਵਾਲਾ ਅਮੋਲਕ ਕਿਉਂ ਨਹੀਂ ਹੋਏਗਾ? ਤਾਂ ਬਾਣੀ 'ਚ ਆਖਿਆ ਸੀ ਨਾ, ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ। ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ। ਹੇ ਮਾਲਕ ਜੀ, ਮੈਂ ਤੁਹਾਡੀ ਵਣਜਾਰਨ ਹਾਂ, ਮੇਰੇ ਵਾਸਤੇ ਸੌਦਾ ਤੁਹਾਡਾ ਨਾਮ ਹੈ, ਤੁਹਾਡਾ ਨਾਮ ਵਖਰ ਵਪਾਰ ਜੀ। ਕਿੰਨੇ ਪਿਆਰੇ ਸ਼ਬਦ ਵਰਤੇ। ਹਰਨੀ ਹੋਵਾਂ ਬਨ ਵਸਾਂ, ਮੈਂ ਹਿਰਨ ਬਣ ਜਾਵਾਂ, ਜੰਗਲ ਵਿੱਚ ਤੁਰੀ ਫਿਰਾਂ, ਕੰਧ ਮੂਲ ਚੁਣ ਖਾਵਾਂ। ਜਿਵੇਂ ਹਿਰਨ ਨਹੀਂ ਜਿੱਥੇ ਮਰਜ਼ੀ ਆਜ਼ਾਦੀ ਨਾਲ ਘੁੰਮਦੀ ਹੈ, ਉੱਥੋਂ 2 ਪੱਤੇ ਖਾ ਲਏ, ਉੱਥੋਂ 2 ਪੱਤੇ ਖਾ ਲਏ, ਉੱਥੋਂ ਆਹ ਚੀਜ਼ ਖਾ ਲਈ, ਇੱਦਾਂ ਮੈਂ ਵੀ ਤੁਰੀ ਫਿਰਾਂ। ਹਰਨੀ ਹੋਵਾਂ ਬਨ ਵਸਾਂ, ਕੰਧ ਮੂਲ ਚੁਣ ਖਾਉ, ਗੁਰ ਪ੍ਰਸ਼ਾਦੀ ਮੇਰਾ ਸਹਿ ਮਿਲੈ, ਵਾਰ ਵਾਰ ਹੋ ਜਾਉ। ਜਿਵੇਂ ਹਿਰਨ ਜੰਗਲ ਵਿੱਚ ਆਜ਼ਾਦ ਘੁੰਮਦੀ ਹੈ, ਮੈਂ ਵੀ ਤੁਹਾਡੇ ਗੁਰੂ ਸ਼ਬਦ ਦੇ ਸਦਕਾ, ਤੁਹਾਡੇ ਇਸ ਸੱਚ ਦੇ ਵਪਾਰ ਸਦਕਾ ਮੈਂ ਮਾਨਸਿਕ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਾਂ। ਅੱਜ ਅਸੀਂ ਮਾਨਸਿਕ ਤੌਰ 'ਤੇ ਆਜ਼ਾਦ ਨਹੀਂ ਹਾਂ। ਬੜੇ ਕੋਠੀਆਂ ਕਾਰਾਂ, ਬੜੇ ਬਿਜ਼ਨਸਾਂ ਵਾਲੇ ਬੰਦੇ ਵੀ ਅੱਜ ਮਾਨਸਿਕ ਤੌਰ 'ਤੇ ਗੁਲਾਮ ਨੇ। ਆਪਣੇ ਜਿਹੜੇ ਉਹਨਾਂ ਦੇ ਫੈਮਿਲੀ ਬਾਬੇ ਗੁਰੂ ਪੰਡਤ ਹੁੰਦੇ ਨੇ, ਉਹਨਾਂ ਦੇ ਪੁੱਛਣ ਤੋਂ ਬਿਨਾਂ ਉਹ ਕਦਮ ਨਹੀਂ ਪੱਟਦੇ। ਪੁੱਤਰ ਆਪਣਾ ਹੀ ਹੁੰਦਾ, ਵਿਆਹੁਣ ਤੋਂ ਪਹਿਲਾਂ ਪੁੱਛਿਆ ਜਾਂਦਾ ਜੀ ਕਦੋਂ ਬਰਾਤ ਲੈ ਕੇ ਜਾਈਏ।
ਇਹਦਾ ਮਤਲਬ ਮਾਨਸਿਕ ਤੌਰ 'ਤੇ ਗੁਲਾਮ ਨੇ ਨਾ, ਆਜ਼ਾਦ ਨਹੀਂ ਹੈਗੇ। ਪੁੱਤਰਾਂ ਦੇ ਜਨਮਾਂ ਵੇਲੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਵੱਡੇ ਹੋ ਕੇ ਪੁੱਛਦੇ ਫਿਰਦੇ ਨੇ ਇਹ ਮੰਗਲੀਕ ਤਾਂ ਨਹੀਂ ਹੈ ਕਿਤੇ। ਇਹਦਾ ਮਤਲਬ ਅਸੀਂ ਆਜ਼ਾਦ ਨਹੀਂ ਹੈ। ਜਿਵੇਂ ਹਿਰਨ ਆਜ਼ਾਦ ਹੈ, ਉੱਥੋਂ ਖਾ ਲਾ ਉੱਥੋਂ ਖਾ ਲਾ, ਉਹਨੂੰ ਕੋਈ ਟੋਕਣ ਵਾਲਾ ਥੋੜ੍ਹਾ ਹੈ। ਅੱਜ ਅਸੀਂ ਆਜ਼ਾਦ ਨਹੀਂ ਹੈ। ਅਸੀਂ ਤਾਂ ਘਰੋਂ ਪੁੱਟਣ ਲੱਗੇ ਹਾਂ, ਪੈਰ ਪੁੱਟਣ ਲੱਗੇ ਹਾਂ, 100 ਵਾਰ ਸੋਚਦੇ ਹਾਂ ਕਿਤੇ ਗਲਤ ਕਦਮ ਤਾਂ ਨਹੀਂ ਪੱਟਿਆ ਗਿਆ। ਮਾਨਸਿਕ ਤੌਰ 'ਤੇ ਗੁਲਾਮ ਆ, ਆਜ਼ਾਦ ਨਹੀਂ ਹੈ। ਇੱਥੇ ਲਿਖਿਆ ਹਰਨੀ ਹੋਵਾਂ ਬਨ ਵਸਾਂ, ਕੰਧ ਮੂਲ ਚੁਣ ਖਾਓ, ਗੁਰ ਪ੍ਰਸਾਦੀ ਮੇਰਾ ਸਹਿ ਮਿਲਿਆ, ਵਾਰ ਵਾਰ ਹੋ ਜਾਉ, ਕੋਕਲ ਹੋਵਾਂ ਅੰਬ ਵਸਾਂ। ਮੈਂ ਕੋਇਲ ਬਣ ਜਾਵਾਂ। ਜਿਵੇਂ ਕੋਇਲ ਅੰਬ ਦੇ ਉੱਤੇ ਬੋਲਦੀ ਹੈ ਤਾਂ ਸੋਹਣੀ ਲੱਗਦੀ ਹੈ। ਹੇ ਮਾਲਕ ਜੀ, ਕੋਕਲ ਹੋਵਾਂ ਅੰਬ ਵਸਾਂ, ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਏ ਮੇਰਾ ਸ਼ਹਿ ਮਿਲੇ, ਦਰਸ਼ਨ ਰੂਪ ਅਪਾਰ। ਜਿਵੇਂ ਕੋਇਲ ਵਾਸਤੇ ਅੰਬ ਦਾ ਪੌਦਾ ਵਧੀਆ, ਉੱਤੇ ਬੋਲਦੀ ਹੈ, ਸੋਹਣੀ ਲੱਗਦੀ ਹੈ। ਇਸੇ ਤਰ੍ਹਾਂ ਤੁਹਾਡਾ ਸ਼ਬਦ ਮੇਰੇ ਵਾਸਤੇ ਅੰਬ ਦਾ ਪੌਦਾ ਹੋਵੇ, ਮੈਂ ਕੋਇਲ ਬਣ ਕੇ ਉਸ ਸ਼ਬਦ ਨਾਲ ਜੁੜ ਜਾਵਾਂ, ਸਹਿਜ ਟਿਕਾ 'ਚ ਆ ਜਾਵਾਂ, ਸ਼ਬਦ ਵਿਚਾਰ, ਸ਼ਬਦ ਦੀ ਸੁਰਤ ਆਪਣੇ ਸ਼ਬਦ ਵਿੱਚ ਜੋੜ ਸਕਾਂ। ਕਿੰਨੇ ਪਿਆਰੇ ਸ਼ਬਦ ਵਰਤੇ, ਮਛਲੀ ਹੋਵਾਂ ਜਲ ਵਸਾਂ, ਜੀ ਜੰਤ ਸਭ ਸਾਰ। ਜਿਵੇਂ ਪਾਣੀ ਸਾਰਿਆਂ ਦਾ ਆਸਰਾ ਹੈ। ਤੁਸੀਂ ਵੇਖਿਓ, ਤੁਸੀਂ ਘਰ ਬਣਾਉਣ ਲੱਗਦੇ ਹੋ, ਸਭ ਤੋਂ ਪਹਿਲਾਂ ਪਾਣੀ ਦਾ ਪ੍ਰਬੰਧ ਕਰਦੇ ਹੋ। ਖਾਲੀ ਪਲਾਟ ਪਿਆ ਹੈ, ਉੱਥੇ ਤੁਸੀਂ ਬਾਕੀ ਮਟੀਰੀਅਲ ਸੁੱਟਣ ਤੋਂ ਪਹਿਲਾਂ ਉੱਥੇ ਪਾਣੀ ਦਾ ਪ੍ਰਬੰਧ ਕਰੋਗੇ, ਬੋਰ ਕਰਾਓਗੇ, ਆਪਣਾ ਕੋਈ ਪਾਈਪਲਾਈਨ ਪਾਣੀ ਦੀ ਪਵਾਓਗੇ। ਤੁਹਾਨੂੰ ਪਤਾ ਪਾਣੀ ਤੋਂ ਬਿਨਾਂ ਗੁਜ਼ਾਰਾ ਨਹੀਂ। ਅਜੇ ਘਰ 'ਚੋਂ ਆਟਾ ਦਾਲ ਖੰਡ ਮੁੱਕ ਜਾਏ, ਬੰਦਾ ਕਹੇਗਾ ਕੋਈ ਨਹੀਂ, ਸਵੇਰੇ ਮੁੱਕੀ ਸ਼ਾਮੀ ਲੈ ਆਊਂ, ਸ਼ਾਮੀ ਮੁੱਕੀ ਸਵੇਰੇ ਲੈ ਆਊਂ, ਪਰ ਪਾਣੀ ਮੁੱਕਿਆ ਘਰ ਦਾ ਗੁਜ਼ਾਰਾ ਨਹੀਂ। ਜੇ ਤੁਹਾਡਾ ਆਪਣਾ ਸਮਰਸੀਬਲ ਖਰਾਬ ਹੋ ਗਿਆ, ਤੁਹਾਨੂੰ ਪਤਾ ਪਾਣੀ ਦਾ ਪ੍ਰਬੰਧ ਤੁਹਾਨੂੰ ਕਰਨਾ ਹੀ ਪੈਣਾ ਹੈ। ਪਾਣੀ ਇਕੱਲਾ ਮੱਛੀ ਦਾ ਹੀ ਨਹੀਂ, ਪਾਣੀ ਸਾਰਿਆਂ ਦੀ ਜਿੰਦ ਜਾਨ ਹੈ। ਪਾਣੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਘਰ ਦੇ ਵਿੱਚ ਖਾਣਾ ਬਣਦਾ ਪਾਣੀ ਨਾਲ, ਫਸਲਾਂ ਪਾਣੀ ਨਾਲ ਹੁੰਦੀਆਂ ਨੇ, ਬੰਦੇ ਦੀ ਜਿੰਦ ਜਾਨ ਪਾਣੀ ਹੈ। ਪਾਣੀ ਤੋਂ ਬਿਨਾਂ ਬੰਦਾ ਜੀਵਤ ਨਹੀਂ ਰਹਿ ਸਕਦਾ। ਪਹਿਲਾਂ ਪਾਣੀ ਜੀਓ ਹੈ, ਜੇ ਧਰਿਆ ਸਭ ਕੋਏ। ਇੱਥੇ ਸ਼ਬਦ ਵਰਤਿਆ, ਮਛਲੀ ਹੋਵਾਂ ਜਲ ਵਸਾਂ। ਜਿਵੇਂ ਮੱਛੀ ਪਾਣੀ 'ਚ ਵਸਦੀ, ਜੀ ਜੰਤ ਸਭ ਸਾਰ। ਜਿਵੇਂ ਪਾਣੀ ਸਾਰਿਆਂ ਦੀ ਸੰਭਾਲ ਕਰਦਾ ਹੈ, ਇੱਦਾਂ ਹੀ ਮੈਂ ਮੱਛੀ ਬਣ ਜਾਵਾਂ ਅਤੇ ਤੁਹਾਡਾ ਨਾਮ ਸੱਚ ਮੇਰੇ ਲਈ ਜਲ ਬਣ ਜਾਏ। ਜਿਵੇਂ ਪਾਣੀ ਤੋਂ ਬਿਨਾਂ ਕੋਈ ਜੀਵ ਜੰਤੂ ਜਿਉਂਦਾ ਨਹੀਂ ਰਹਿ ਸਕਦਾ, ਇੱਦਾਂ ਮੈਂ ਤੁਹਾਡੇ ਨਾਮ ਤੋਂ ਬਿਨਾਂ ਆਤਮਿਕ ਤੌਰ 'ਤੇ ਮਰ ਜਾਵਾਂ। ਮਛਲੀ ਹੋਵਾਂ ਜਲ ਵਸਾਂ, ਜੀ ਜੰਤ ਸਭ ਸਾਰ, ਔਰ ਵਾਰ ਪਾਰ ਮੇਰਾ ਸ਼ਹਿ ਵਸੈ, ਹੁਣ ਮਿਲੂੰਗੀ ਬਾਂਹ ਪਸਾਰ। ਹੁਣ ਜ਼ਿਆਦਾ ਪਾਣੀ ਵੇਖ ਕੇ ਮੱਛੀ ਕਿੱਦਾਂ ਤਾਰੀਆਂ ਲਾਉਂਦੀ ਹੈ। ਨਾਗਨ ਹੋਵਾਂ ਧਰ ਵਸਾਂ, ਮੈਂ ਸਪਨੀ ਬਣ ਜਾਵਾਂ। ਧਰ ਵਸਾਂ, ਜਿਵੇਂ ਧਰਤੀ 'ਚ ਨਾਗਣ ਵਸਦੀ, ਉਹਨੂੰ ਕੁਛ ਉਹਦੇ ਸਾਹਮਣੇ ਕੋਈ ਬੀਨ ਵਜਾਉਂਦਾ, ਕਿੱਦਾਂ ਆਪਣਾ ਆਪ ਉਹਦੇ ਹਵਾਲੇ ਕਰ ਦਿੰਦੀ ਹੈ। ਨਾਗਨ ਹੋਵਾਂ ਧਰ ਵਸਾਂ, ਸ਼ਬਦ ਵਸੈ ਭਉ ਜਾਏ। ਜਦੋਂ ਉਹ ਸੁਣਦੀ ਹੈ ਤਾਂ ਉਹਦਾ ਭਉ ਮੁੱਕ ਜਾਂਦਾ ਹੈ, ਐਨ ਆਪਣਾ ਆਪ ਉਹ ਬੀਨ ਵਜਾਉਣ ਵਾਲੇ ਦੇ ਹਵਾਲੇ ਕਰ ਦਿੰਦੀ ਹੈ। ਇਸੇ ਤਰ੍ਹਾਂ ਨਾਨਕ ਧਨ ਸੁਹਾਗਣੀ, ਜਿਨ ਜੋਤੀ ਜੋਤ ਸਮਾਏ। ਉਹ ਧਨ ਨੇ ਸੁਹਾਗਣਾ ਜਿਹੜੀਆਂ ਉਸ ਸੱਚੇ ਪਰਿਪੂਰਨ ਪਰਮਾਤਮਾ 'ਚ ਸਮਾ ਜਾਂਦੀਆਂ ਨੇ। ਕਿਉਂ? ਕਿਉਂਕਿ ਜੋ ਆਪ ਅਮੁੱਲਕ ਹੈ, ਉਹਦੇ ਨਾਲ ਜੁੜਨ ਵਾਲੇ ਵੀ ਅਮੁੱਲਕ ਹੋਣਗੇ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ ਅਤੇ ਅਮੁੱਲ ਭੰਡਾਰ। ਉਹਦੇ ਭੰਡਾਰੇ ਵੀ ਅਮੁੱਲਕ ਨੇ। ਹੁਣ ਮਾਲਕ ਦੇ ਗੁਣਾਂ ਦੇ ਭੰਡਾਰੇ ਕਿੱਡੇ ਅਮੁੱਲਕ ਨੇ। ਜਿੰਨਾ ਮਰਜ਼ੀ ਵਰਤੀ ਜਾਓ, ਜਿੰਨਾ ਮਰਜ਼ੀ ਸੰਤੋਖ ਵਰਤੀ ਜਾ, ਜਿੰਨਾ ਮਰਜ਼ੀ ਤੂੰ ਇਹਦੇ ਵਿੱਚੋਂ ਪਿਆਰ ਵਰਤੀ ਜਾ, ਜਿੰਨੀ ਮਰਜ਼ੀ ਦਇਆ ਵਰਤੀ ਜਾ, ਮੁੱਕਣੀ ਥੋੜ੍ਹਾ ਕਿਤੇ। ਖਾਵੇਂ ਖਰਚਿਆਂ ਰਲ ਮਿਲ ਭਾਈ ਤੋਟ ਨਾ ਆਵੇ ਵਾਧੂ ਜੇ। ਬਾਣੀ ਦੇ ਇਹ ਜਿਹੜੇ ਅਮੁੱਲਕ ਸ਼ਬਦ ਸੀ ਨਾ, ਇਹ ਅੰਦਰ ਦੇ ਖਜ਼ਾਨੇ ਵਾਸਤੇ ਸੀ ਵੀ ਵਰਤੀ ਜਾ ਜਿੰਨਾ ਮਰਜ਼ੀ ਖਜ਼ਾਨਾ ਇਹ 'ਚੋਂ। ਅਤੇ ਜਦੋਂ ਤੂੰ ਅੱਡ ਹੋਏਗਾ ਨਾ, ਤੇਰੀ ਜਿਹੜੀ ਸਰੀਰ ਦੇ ਕੰਮ ਆਉਣ ਵਾਲੀ ਜਾਇਦਾਦ ਆ, ਉਹ ਭਰਾ ਵੰਡਾ ਸਕਦੇ ਆ। ਜਿਹੜਾ ਤੇਰੇ ਅੰਦਰ ਦਾ ਖਜ਼ਾਨਾ ਨਾ, ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਵੰਡਾ ਸਕਦੀ। ਉਹ ਤੇਰੀ ਹੈ। ਉਹ ਤੂੰ ਕਿੰਨੀ ਇਕੱਠੀ ਕੀਤੀ ਹੈ, ਮਰਜ਼ੀ ਤੇਰੀ ਆਪਣੀ। ਹੁਣ ਤੁਸੀਂ ਵੇਖੋ, ਕਿਸੇ ਨੇ ਸਾਂਝੇ ਟੱਬਰ 'ਚੋਂ ਐਜੂਕੇਸ਼ਨ ਪ੍ਰਾਪਤ ਕਰ ਲਈ ਹੈ, ਕੱਲ੍ਹ ਨੂੰ ਤੁਸੀਂ ਉਹਦੇ ਕੋਲੋਂ ਜਾਇਦਾਦ ਦਾ ਹਿੱਸਾ ਵੱਧ ਲੈ ਸਕਦੇ ਹੋ, ਪਰ ਜਿਹੜੀ ਉਹਨੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਜਿਹੜਾ ਉਹਦੇ ਕੋਲ ਲੋਕ ਭਲਾਈ ਦੇ ਕੰਮ ਕੀਤੇ ਨੇ, ਜਿਹੜਾ ਉਹਦੇ 'ਤੇ ਦਇਆ, ਨਿਮਰਤਾ, ਸੱਤ, ਸੰਤੋਖ ਹੈ। ਕੋਈ ਭਰਾ ਕਿਸੇ ਕੋਲੋਂ ਸੰਤੋਖ ਵੀ ਖੋ ਸਕਦਾ, ਦਇਆ ਵੀ ਖੋ ਸਕਦਾ। ਉਹਦਾ ਆਪਣਾ ਖਜ਼ਾਨਾ ਹੈ। ਹੁਣ ਇੱਕੇ ਪਰਿਵਾਰ 'ਚ 4-4 ਭਰਾ, 5-5 ਭਰਾ ਪਲਦੇ ਨੇ। ਇੱਕ ਅੱਧ ਦਾ ਠੱਗ ਹੁੰਦਾ ਹੈ, ਦੂਜਾ ਅੱਧ ਦਾ ਦਇਆਵਾਨ ਹੁੰਦਾ ਹੈ। ਦਇਆਵਾਨ ਪਰਉਪਕਾਰੀ, ਲੋਕ ਭਲਾਈ ਦੇ ਕੰਮ ਕਰਨ ਵਾਲਿਆਂ ਨੂੰ ਘਰੋਂ ਲੋਕ ਜਦੋਂ ਤੁਰਿਆ ਜਾਂਦਾ, ਇੱਦਾਂ ਲੋਕ ਸਤਿਕਾਰ ਦੀ ਨਜ਼ਰ ਨਾਲ ਵੇਖਦੇ, ਦੂਜੇ ਨੂੰ ਲੋਕ ਨਫ਼ਰਤ ਕਰਦੇ ਨੇ। ਅਗਲੇ ਕਹਿੰਦੇ ਆ ਠੀਕ ਹੈ ਭਾਈ, ਜਾਇਦਾਦ ਵੰਡਾ ਲਈ, ਪਰ ਆਹ ਚੀਜ਼ ਨਾ ਵੰਡਾ ਸਕਿਆ।
ਇਹ ਚੀਜ਼ ਕਿੱਥੇ ਚਲੇਗੀ? ਇਹ ਉਹ ਖਜ਼ਾਨਾ ਸੀ ਜਿਹੜਾ ਖਜ਼ਾਨਾ ਅਸੀਂ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰਨਾ ਸੀ, ਜਿਹਦੇ ਨਾਲ ਅਸੀਂ ਜੁੜਾਂਗੇ, ਉਹਦੇ ਵਰਗੇ ਅਵੱਛ ਹੋਵਾਂਗੇ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਉਹਦੇ ਭੰਡਾਰੇ ਅਮੋਲਕ ਨੇ। ਜੇ ਉਹ ਆਪ ਅਮੋਲਕ ਹੈ, ਉਹਦੇ ਭੰਡਾਰੇ ਵੀ ਅਮੋਲਕ ਨੇ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਤੇ ਕਿਹੜੇ ਪਿਆਰੇ ਸ਼ਬਦ ਵਰਤੇ, ਅਮੁੱਲ ਆਵੇਂ। ਜਿਹੜੇ ਆਉਂਦੇ ਨੇ ਕੌਣ? ਵਪਾਰੀ ਲੋਕ, ਇਹਨਾਂ ਗੁਣਾਂ ਦਾ ਵਪਾਰ ਕਰਨ ਵਾਸਤੇ, ਉਹ ਵੀ ਅਮੋਲਕ ਨੇ ਹੋ ਜਾਂਦੇ ਨੇ। ਅਮੁੱਲ ਆਵੇਂ ਅਮੁੱਲ ਲੈ ਜਾਹੇ, ਉਹ ਵੀ ਅਮੋਲਕ ਨੇ ਜਿਹੜੇ ਇਹ ਗੁਣਾਂ ਦਾ ਵਪਾਰ ਕਰਕੇ ਜਾਂਦੇ ਨੇ। ਕਿੱਥੇ ਜਾਂਦੇ ਨੇ? ਆਪਣੀ ਜ਼ਿੰਦਗੀ 'ਚ ਇਹ ਗੁਣ ਲੈ ਕੇ ਆਉਂਦੇ ਨੇ। ਅਮੁੱਲ ਆਵੇਂ ਅਮੁੱਲ ਲੈ ਜਾਹੇ, ਅਮੁੱਲ ਭਾਏ, ਭਾਏ ਮੀਨਿੰਗ ਪਿਆਰ, ਅਮੁੱਲਾ ਸਮਾਹੇ, ਜਿਹੜੇ ਸੱਚ ਵਿੱਚ ਸਮਾ ਜਾਂਦੇ ਨੇ, ਉਹ ਵੀ ਅਮੋਲਕ ਹੋ ਜਾਂਦੇ ਨੇ। ਪਿਆਰ, ਇਹ ਕਿੰਨੇ ਪਿਆਰੇ ਹੈ, ਤਾਂ ਸਾਰੇ ਜ਼ਿੰਦਗੀ ਨੂੰ ਸਵਾਰਨ ਵਾਲੇ ਗੁਣ ਹੀ ਨੇ ਨਾ। ਤੁਸੀਂ ਘਰ ਕੋਠੀ ਜਿੰਨਾ ਮਰਜ਼ੀ ਸਭ ਕੁਝ ਪਾਇਆ ਹੋਵੇ, ਜੇ ਜ਼ਿੰਦਗੀ 'ਚ ਪਿਆਰ ਹੈ ਨਹੀਂ, ਮੁਹੱਬਤ ਹੈ ਨਹੀਂ, ਸਨੇਹ ਹੈ ਨਹੀਂ, ਆਪਣਾ ਵਿਗਾੜ ਕੇ ਦੂਜੇ ਦੇ ਸਵਾਰਨ ਵਾਲੇ ਗੁਣ ਹੈ ਨਹੀਂ, ਅਤੇ ਕੀ ਫਾਇਦਾ ਐਸੀ ਜ਼ਿੰਦਗੀ ਦਾ? ਮਹਾਰਾਜ ਕਹਿੰਦੇ ਨੇ ਇੰਨੇ ਕਿਤੇ ਪਸ਼ੂ ਪੰਛੀ ਵੀ ਆਪਣੇ ਲਈ ਕਰ ਲੈਂਦੇ ਨੇ। ਪਸ਼ੂ ਪੰਛੀ ਵੀ ਸਰਦੀਆਂ ਆਉਣ ਵਾਲੀਆਂ ਹੋਣ ਤੇ ਪੰਛੀ ਵੀ ਆਪਣੀ ਚੁੰਝ ਵਿੱਚ ਤੀਲੇ ਇਕੱਠੇ ਕਰਕੇ ਆਪਣੇ ਬੱਚਿਆਂ ਦਾ ਇੰਨਾ ਕੁ ਪ੍ਰਬੰਧ ਤੇ ਉਹ ਵੀ ਕਰ ਲੈਂਦੇ ਨੇ। ਜੇ ਇੰਨਾ ਕਿ ਤੂੰ ਕੀਤਾ, ਤੇਰਾ ਤੇ ਉਹਨਾਂ ਨਾਲੋਂ ਫਰਕ ਕੀ ਹੈ? ਤੂੰ ਤਾਂ ਕੋਈ ਵੱਖਰਾ ਸੀ ਨਾ। ਤੂੰ ਤੇ ਆਮ ਆਪਣੇ ਪਰਿਵਾਰ, ਆਪਣੇ ਬੱਚਿਆਂ 'ਚ ਉੱਪਰ ਉੱਠ ਕੇ ਕੋਈ ਸਮਾਜ ਦੇ ਭਲੇ ਵਾਸਤੇ ਕੰਮ ਕਰਨਾ ਸੀ ਨਾ। ਤੋ ਇਹ ਤੇਰਾ ਨੈਤਿਕਤਾ ਦੇ ਤੌਰ 'ਤੇ ਫਰਜ਼ ਬਣਦਾ ਸੀ। ਤੇਰਾ ਪਹਿਲਾ ਮਨੁੱਖ ਹੋਣ ਦੇ ਨਾਤੇ ਤੇਰਾ ਪਹਿਲਾ ਫਰਜ਼ ਬਣਦਾ ਸੀ ਕਿ ਮੈਂ ਕਿਸੇ ਦੇ ਕੰਮ ਆ ਸਕਾਂ। ਤੋ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅਮੁੱਲ ਅਮੁੱਲ ਭਾਏ ਅਮੁੱਲਾ ਸਮਾਹੇ, ਅਤੇ ਅੱਗੇ ਸ਼ਬਦ ਵਰਤਿਆ ਅਮੁੱਲ ਧਰਮ। ਹੁਣ ਤੁਸੀਂ ਨੋਟ ਕੀਤਾ ਹੋਵੇਗਾ, ਇੱਥੋਂ ਤੱਕ ਜਿੰਨੀ ਵਾਰ ਵੀ ਅਮੁੱਲ ਸ਼ਬਦ ਆਇਆ, ਲੱਲੇ ਨੂੰ ਕੋਈ ਮਾਤਰਾ ਨਹੀਂ ਲੱਗੀ। ਇੱਥੇ ਆਣ ਕੇ ਅਮੁੱਲ ਦੇ ਲੱਲੇ ਨੂੰ ਔਂਕੜ ਲੱਗਾ ਹੋਇਆ ਹੈ, ਅਤੇ ਧਰਮ ਦੇ ਮੰਮੇ ਨੂੰ ਵੀ ਔਂਕੜ ਹੈ, ਕਿਉਂਕਿ ਇੱਥੇ ਇੱਕ ਵਚਨ ਪੁਲਿੰਗ ਹੈ, ਭਾਵ ਉਸ ਪਰਮਾਤਮਾ ਦਾ ਧਰਮ, ਉਹਦਾ ਨਿਯਮ, ਨਿਯਮ ਇੱਕ ਹੈ ਨਾ, ਇਹ ਅਮੋਲਕ ਹੈ। ਇੱਥੇ ਲੱਲੇ ਨੂੰ ਔਂਕੜ ਲਾਤਾ। ਗੁਣ ਜ਼ਿਆਦਾ ਸੀ, ਗੁਣ ਜ਼ਿਆਦਾ ਸੀ, ਵਪਾਰ ਕਰਨ ਵਾਲੇ ਜ਼ਿਆਦਾ ਸੀ, ਖਜ਼ਾਨੇ ਜ਼ਿਆਦਾ ਸੀ, ਉੱਥੇ ਲੱਲੇ ਨੂੰ ਔਂਕੜ ਨਹੀਂ ਸੀ ਲੱਗਾ। ਹੁਣ ਇੱਥੇ ਹੁਣ ਪੜ੍ਹਿਆ ਆਪਾਂ, ਉੱਤੇ ਵੀ ਅਮੁੱਲ ਹੈ, ਇੱਥੇ ਵੀ ਮੁੱਲ ਹੈ। ਇੱਥੇ ਔਂਕੜ ਥੋੜ੍ਹਾ ਬੋਲਾਂਗੇ ਆਪਾਂ, ਪਰ ਇਹ ਔਂਕੜ ਅਰਥਾਂ ਵਾਸਤੇ ਹੈ, ਤਾਂ ਗੱਲ ਸਮਝ ਪੈ ਜਾਏ। ਅਮੁੱਲ ਧਰਮ, ਉਹਦਾ ਧਰਮ, ਉਹਦਾ ਨਿਯਮ ਅਮੋਲਕ ਹੈ। ਹੁਣ ਇਹ ਤੋਂ ਗੱਲ ਸਮਝ ਆ ਗਈ। ਧਰਮ ਫਿਰ ਕੀ ਹੋਇਆ? ਕਾਨੂੰਨ ਦੀ ਪਾਲਣਾ ਕਰਨੀ, ਹੁਕਮ ਵਿੱਚ ਤੁਰਨਾ ਹੀ ਧਰਮ ਹੈ। ਹੁਣ ਤੁਸੀਂ ਬੰਦੇ ਦੀ ਜ਼ਿੰਦਗੀ 'ਚੋਂ ਨਿਯਮ ਬਾਹਰ ਕੱਢ ਦਿਓ। ਬਾਹਰਲੀਆਂ ਕੰਟਰੀਆਂ ਮਨੁੱਖ ਨੂੰ ਕਿਉਂ ਸੋਹਣੀਆਂ ਲੱਗਦੀਆਂ? ਕਹਿੰਦੇ ਜੀ ਉੱਥੇ ਖਾਣ ਦਾ ਨਿਯਮ ਹੈ, ਤੁਰਨ ਦਾ ਨਿਯਮ ਹੈ, ਗੱਡੀ ਡੱਕਣ ਦਾ ਨਿਯਮ ਹੈ, ਤੁਸੀਂ ਜਿੰਨੀ ਕਮਾਈ ਕਰਦੇ ਉਹ 'ਚੋਂ ਟੈਕਸ ਤਾਰਨ ਦਾ ਨਿਯਮ ਹੈ, ਤਾਂ ਹੀ ਸੋਹਣੇ ਲੱਗਦੇ ਨੇ ਦੇਸ਼ ਤੁਹਾਨੂੰ। ਅਤੇ ਤੁਸੀਂ ਇਹ ਨਿਯਮ ਕਿਸੇ ਦੇਸ਼ 'ਚ ਵੀ ਲਾਗੂ ਕਰ ਦਿਓ ਕਿ ਹਰ ਦੇਸ਼ ਸੋਹਣਾ ਹੋ ਸਕਦਾ, ਹਰ ਧਰਤੀ ਸੋਹਣੀ ਹੋ ਸਕਦੀ ਹੈ। ਇਹ ਨਿਯਮ ਆਪਣੇ ਪਰਿਵਾਰ 'ਚ ਲਾਗੂ ਕਰਦੇ, ਪਰਿਵਾਰ ਸੋਹਣਾ ਹੋ ਜਾਏਗਾ। ਜੇ ਤੁਸੀਂ ਉਹ ਇਨਸਾਨ ਹੈ ਜਿਹੜਾ ਬਾਹਰ ਜਾ ਕੇ ਕੋਈ ਫਲ ਫਰੂਟ ਖਾਂਦਾ ਹੈ, ਜਿੰਨੀ ਦੇਰ ਤੱਕ ਉਹਨੂੰ ਡਸਟਬਿਨ ਨਾ ਲੱਭੇ ਉਹਦੇ ਸਿਲਕੇ ਸੁੱਟਦਾ ਨਹੀਂ, ਇਹ ਤੁਸੀਂ ਆਪਣੇ ਘਰ 'ਚ ਨਿਯਮ ਲਾਗੂ ਕਰ ਦਿਓ, ਤੁਹਾਡਾ ਘਰ ਵੀ ਸੋਹਣਾ ਬਣ ਜਾਊ। ਤੁਸੀਂ ਇਹ ਨਿਯਮ ਆਪਣੇ ਪਿੰਡ 'ਚ ਲਾਗੂ ਕਰ ਦਿਓ, ਤੁਹਾਡਾ ਪਿੰਡ ਸੋਹਣਾ ਬਣ ਜਾਊ। ਫਿਰ ਹੌਲੀ ਹੌਲੀ ਤੁਸੀਂ ਆਪਣੇ ਜ਼ਿਲ੍ਹੇ ਵਿੱਚ ਨਿਯਮ ਲਾਗੂ ਕਰ ਦਿਓ, ਤੁਹਾਡਾ ਜ਼ਿਲ੍ਹਾ ਸੋਹਣਾ ਬਣ ਜਾਊ। ਹੌਲੀ ਹੌਲੀ ਆਪਣੇ ਸਟੇਟ ਦੀ ਗੱਲ ਕਰੋ, ਤੁਹਾਡੀ ਸਟੇਟ ਸੋਹਣੀ ਬਣ ਜਾਊ। ਸਟੇਟ ਤੋਂ ਅੱਗੇ ਮੁੜ ਕੇ ਤੁਹਾਡਾ ਦੇਸ਼ ਸੋਹਣਾ ਬਣ ਜਾਊ। ਕਰਨਾ ਤਾਂ ਭਾਈ ਆਪਾਂ ਨੂੰ ਆਪ ਹੀ ਪੈਣਾ ਹੈ। ਅਮੁੱਲ ਧਰਮ, ਉਹਦਾ ਧਰਮ ਅਮੋਲਕ ਹੈ, ਜਿਹੜਾ ਕੀਮਤ ਤੋਂ ਬਾਹਰ ਹੈ। ਕਿਉਂਕਿ ਜੇ ਕੀਮਤ ਹੋਵੇ ਤਾਂ ਲੋਕ ਇੱਥੇ ਤੇ ਧਰਮ ਵੀ ਖਰੀਦ ਲੈਂਦੇ ਨੇ ਇੱਕ ਦੂਜੇ ਦਾ। ਤਾਂ ਹੀ ਹੋ ਰਿਹਾ। ਤੁਸੀਂ ਕਿਸੇ ਨੂੰ 4 ਛਿੱਲੜ ਵੱਧ ਵਿਖਾਓ ਅਤੇ ਬੰਦਾ ਕਹਿੰਦਾ ਆਹ ਜੀ ਗਾਤਰਾ ਪਿਆ ਜੀ, ਮੈਂ ਲਾਉਣ ਲੱਗਾ, ਮੈਂ ਤਾਂ ਦੂਜੇ ਧਰਮ ਵਿੱਚ ਚੱਲਿਆ। ਅਸਲ 'ਚ ਉਹ ਧਰਮੀ ਹੈ ਹੀ ਨਹੀਂ ਸੀ। ਜਿਹੜਾ ਬੰਦਾ ਕਿਸੇ ਦੀ ਇੱਦਾਂ ਕਿਸੇ ਦੀ ਜੇਬ ਵੇਖ ਕੇ ਉਧਰ ਤੁਰ ਪਿਆ ਵੀ ਇਹਨਾਂ ਜੀ ਇਲਾਜ ਫ੍ਰੀ ਕੀਤਾ ਜੀ, ਇਹ ਗੋਡੇ ਮੋਢੇ ਦਾ ਆਪਰੇਸ਼ਨ ਠੀਕ ਕਰ ਦਿੰਦੇ ਨੇ, ਬੰਦੇ ਦੀਆਂ ਅੱਖਾਂ ਠੀਕ ਕਰ ਦਿੰਦੇ ਨੇ, ਮੈਂ ਤਾਂ ਉਧਰ ਚੱਲਿਆ। ਕਿਉਂਕਿ ਮਿਲਿਆ ਹੋਏ ਨਾ ਵਿਛੜ ਹੈ। ਜਿਵੇਂ ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ ਨਾ, ਵੀ ਜਿਹੜੀ ਨਦੀ ਨਾਲੇ ਦਾ ਪਾਣੀ ਸਮੁੰਦਰ ਜਾ ਡਿੱਗਾ, ਹੁਣ ਸਮੁੰਦਰ ਤੋਂ ਵੱਖਰਾ ਕਿੱਦਾਂ ਹੋ ਸਕੇਗਾ ਜੇ ਉਹ ਡਿੱਗਾ ਹੋਇਆ ਸੱਚੀ, ਜੇ ਉਹਦੇ 'ਚ ਮਿਲ ਚੁੱਕਾ ਹੈ। ਅਤੇ ਅਮੁੱਲ ਧਰਮ, ਅਮੁੱਲ ਦੀਵਾਨ। ਅਤੇ ਅਮੁੱਲ ਦੀਵਾਨ, ਦੀਵਾਨ ਦਾ ਅਰਥ ਕੀ ਹੈ? ਉਹਦੀ ਕਚਹਿਰੀ। ਜੇ ਉਹਦਾ ਨਿਯਮ ਅਮੋਲਕ ਹੈ, ਉਹਦੀ ਕਚਹਿਰੀ ਵੀ ਅਮੋਲਕ ਹੈ, ਭਾਵ ਉਹਦਾ ਕਾਨੂੰਨ ਵੀ ਅਮੋਲਕ ਹੈ। ਅਮੁੱਲ ਤੁਲ, ਅਮੁੱਲ ਤੁਲ, ਤੁਲ ਮੀਨਿੰਗ ਤੱਕੜੀ, ਉਹਦੀ ਹੁਕਮ ਵਾਲੀ ਤੱਕੜੀ। ਪ੍ਰਵਾਨ ਮੀਨਿੰਗ ਵੱਟਾ, ਉਹਦਾ ਹੁਕਮ ਵਾਲਾ, ਉਹਦੇ ਨਿਯਮ ਵਾਲਾ ਜਿਹੜਾ ਵੱਟਾ ਹੈ, ਉਹ ਵੀ ਅਮੋਲਕ ਹੈ, ਜਿਹੜਾ ਤੂੰ ਖਰੀਦਿਆ ਨਹੀਂ ਜਾ ਸਕਦਾ। ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ। ਉਹਦੀ ਬਖਸ਼ਿਸ਼
ਇਹ ਵੀ ਅਮੋਲਕ ਹੈ। ਉਹਦੇ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਨੇ। ਆ ਬਖਸ਼ਿਸ਼ ਹੀ ਹੈ ਉਹਦੀ। ਜਿਨ੍ਹਾਂ ਨੇ ਬਖਸ਼ਿਸ਼ ਦੀ ਵਰਤੋਂ ਕੀਤੀ ਉਹ ਕਿੰਨੇ ਸੋਹਣੇ ਅਤੇ ਨਿਖਰ ਕੇ ਸਮਾਜ ਦੇ ਸਾਹਮਣੇ ਆਏ। ਅਤੇ ਜਿਨ੍ਹਾਂ ਨੇ ਸਿਰਫ ਇਹੋ ਉਡੀਕੀ ਹੈ ਬਖਸ਼ਿਸ਼ ਹੋਏਗੀ ਅਤੇ ਆਹ ਕੰਮ ਕਰਾਂਗੇ, ਜਿਵੇਂ ਆਪਾਂ ਪਹਿਲੀਆਂ ਪੌੜੀਆਂ 'ਚ ਪੜ੍ਹ ਚੁੱਕੇ ਹਾਂ ਵੀ ਜਿੰਨਾ ਕੁਝ ਨਹੀਂ ਕਰਨਾ ਹੁੰਦਾ ਉਹ ਕਿਸਮਤ ਹੱਥ ਦੀਆਂ ਲਕੀਰਾਂ ਨੂੰ ਸਾਰੀ ਜ਼ਿੰਦਗੀ ਰੋਂਦੇ ਰਹਿੰਦੇ ਨੇ, ਅਤੇ ਜਿੰਨਾ ਕਰਨਾ ਹੁੰਦਾ ਉਹਨਾਂ ਨੇ ਆਪਣੇ ਬਿਨਾਂ ਗੁੱਟਾਂ ਤੋਂ ਵੀ ਬਹੁਤ ਕੁਝ ਕਰਕੇ ਵਿਖਾ ਦਿੱਤਾ। ਹੁਣ ਜਿਸ ਬੰਦੇ ਦੇ ਹੱਥ ਹੀ ਹੈ ਨਹੀਂ ਉਹਨੇ ਕਿੰਨੇ ਕੰਮ ਕੀਤੇ। ਅਤੇ ਕਈਆਂ ਬੰਦਿਆਂ ਦੇ ਕੋਲ ਹੱਥ ਹੋਣ ਦੇ ਬਾਵਜੂਦ ਵੀ, ਨਾਲ ਇੱਕ ਗੱਲ ਦਾ ਯਾਦ ਰੱਖਣਾ, ਅਪਾਹਜ ਉਹ ਨਹੀਂ ਜਿਹਦੀ ਲੱਤ ਬਾਂਹ ਕੰਮ ਨਹੀਂ ਕਰਦੀ। ਅਪਾਹਜ ਉਹ ਹੈ ਜਿਹੜਾ ਇੱਕ ਦੂਜੇ ਦੇ ਕੰਮ ਨਹੀਂ ਆਉਂਦਾ। ਇਹ ਕਦੀ ਨਾ ਕਹੋ ਕਿ ਜਿਹਦੀ ਲੱਤ ਨਹੀਂ ਕੰਮ ਕਰਦੀ, ਇਹਦੀ ਬਾਂਹ ਨਹੀਂ ਕੰਮ ਕਰਦੀ, ਉਹ ਅਪਾਹਜ ਹੈ। ਬੜੇ ਦੁਨੀਆ 'ਤੇ ਬੰਦੇ ਨੇ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਨਾ ਕੰਮ ਕਰਨ ਦੇ ਬਾਵਜੂਦ ਵੀ ਉਹ ਆਪਣੇ ਪਰਿਵਾਰ ਦੇ ਕੰਮ ਵੀ ਆਉਂਦੇ ਅਤੇ ਦੂਜਿਆਂ ਦੇ ਕੰਮ ਵੀ ਆਉਂਦੇ। ਅਤੇ ਬੜੇ ਬੰਦੇ ਨੇ ਜਿਨ੍ਹਾਂ ਦੇ ਹੱਥ ਪੈਰ ਬਾਹਾਂ ਤੰਦਰੁਸਤ ਨੇ, ਸਮਾਜ ਦੇ ਕੰਮ ਤਾਂ ਕੀ ਆਉਣਾ, ਪਰਿਵਾਰਾਂ ਦੇ ਕੰਮ ਵੀ ਨਾ ਆ ਸਕੇ। ਅਪਾਹਜ ਉਹ ਬੰਦਾ ਨਹੀਂ ਜਿਹਦਾ ਹੱਥ ਪੈਰ ਕੋਈ ਅੰਗ ਨਹੀਂ ਕੰਮ ਕਰਦਾ। ਅਪਾਹਜ ਉਹ ਬੰਦਾ ਹੈ ਜਿਹੜਾ ਬੰਦਾ ਇੱਕ ਦੂਜੇ ਦੇ ਕੰਮ ਨਹੀਂ ਆਉਂਦਾ, ਜਿਹੜਾ ਸਿਰਫ ਖੁਦਗਰਜੀ ਨਾਲ ਭਰਿਆ ਪਿਆ ਹੈ। ਕਦੀ ਆਪਣੇ ਆਪ ਨੂੰ ਨਰਵਸ ਅਤੇ ਢਹਿੰਦੀ ਕਲਾ 'ਚ ਨਹੀਂ ਲੈ ਕੇ ਜਾਣਾ। ਬਾਣੀ ਸਾਡਾ ਹੌਸਲਾ ਬੁਲੰਦ ਕਰਦੀ ਹੈ। ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ ਅਤੇ ਅਮੁੱਲ ਕਰਮ, ਕਿੰਨੇ ਪਿਆਰੇ ਸ਼ਬਦ ਵਰਤੇ, ਕਿੰਨੀਆਂ ਪਿਆਰੀਆਂ ਵਿਚਾਰਾਂ ਦੇ ਕੇ। ਅਮੁੱਲ ਕਰਮ, ਅਮੁੱਲ ਫਰਮਾਨ। ਕਰਮ ਮੀਨਿੰਗ ਬਖਸ਼ਿਸ਼, ਉੱਤੇ ਬਖਸ਼ਿਸ਼ ਆ ਗਿਆ, ਥੱਲੇ ਫੇਰ ਕਰਮ ਆ ਗਿਆ। ਅਮੁੱਲ ਕਰਮ, ਅਮੁੱਲ ਫਰਮਾਨ, ਉਹ ਫਰਮਾਨ, ਉਹਦਾ ਹੁਕਮ, ਉਹਦਾ ਨਿਯਮ, ਇਹ ਵੀ ਅਮੋਲਕ ਹੈ ਜਿਹੜਾ ਕੀਮਤ ਤੋਂ ਬਾਹਰ ਹੈ। ਅਤੇ ਅੱਗੇ ਕਹਿੰਦੇ ਅਮੁੱਲੋ ਮੁੱਲ ਆਖਿਆ ਨਾ ਜਾਏ। ਕਹਿੰਦੇ ਹੁਣ ਇੱਥੇ ਵੀ ਬਸ ਨਹੀਂ ਵੀ ਆਪਾਂ ਇੰਨਾ ਕਹੀਏ ਰੱਬ ਅਮੋਲਕ ਹੈ, ਰੱਬ ਅਮੋਲਕ ਹੈ, ਉਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਇਹ ਵੀ ਕਿਹਾ ਨਹੀਂ ਸਰਨਾ। ਜਿਵੇਂ ਥੱਲੇ ਕਹਤਾ ਜੇ ਕੋ ਆਖੇ ਬੋਲ ਵਿਗਾੜ, ਅਤੇ ਆਪਾਂ ਇੱਦਾਂ ਕਹੀਏ ਰੱਬ ਅਮੋਲਕ ਹੈ, ਉਹਦੇ ਗੁਣ ਅਮੋਲਕ ਨੇ, ਇਹ ਵੀ ਕਿਹਾ ਨਹੀਂ ਗੁਜ਼ਾਰਾ ਹੋਣਾ। ਇਹ ਤੋਂ ਵੀ ਅੱਗੇ ਦੀ ਗੱਲ ਹੈ, ਕਹਿੰਦੇ ਅਮੁੱਲੋ ਅਮੁੱਲ ਆਖਿਆ ਨਾ ਜਾਏ। ਆਪਾਂ ਇੱਦਾਂ ਕਹੀਏ ਰੱਬ ਬੜਾ ਵੱਡਾ ਹੈ, ਰੱਬ ਬੜਾ ਬੇਅੰਤ ਹੈ, ਰੱਬ ਸਭ ਕੁਝ ਕਰ ਸਕਦਾ ਹੈ, ਅਤੇ ਆਪ ਫੇਰ ਭੇਖੀਆਂ ਦੇ ਪੈਰਾਂ 'ਚ ਬੈਠੇ ਹੋਈਏ, ਫਿਰ ਦੇਹਧਾਰੀਆਂ ਦੀ ਪੂਜਾ ਕਰਦੇ ਹੋਈਏ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਕਹਿੰਦੇ ਆਖ ਰਹੇ, ਇੱਥੇ ਰੁਕਣਾ ਹੈ। ਬੜੀ ਦੁਨੀਆ ਦੇ ਲੋਕ ਨੇ ਜਿਹੜੇ ਵੱਖ-ਵੱਖ ਤਰੀਕਿਆਂ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ ਉਸ ਮਾਲਕ ਨੂੰ ਵੱਡਾ ਕਹਿਣ ਦਾ ਯਤਨ ਕਰਦੇ ਰਹੇ। ਲਿਵ ਲਾਏ, ਥੱਕ ਗਏ, ਟੁੱਟ ਗਏ, ਹੰਬ ਗਏ, ਸਮਾਧੀਆਂ ਜੋੜ ਕੇ ਉਹਦਾ ਅੰਦਾਜ਼ਾ ਲਾਉਂਦੇ ਥੱਕ ਗਏ, ਪਰ ਉਹਦੇ ਕੋਲੋਂ ਮੁਕੰਮਲ ਤੌਰ 'ਤੇ ਬਿਆਨ ਨਹੀਂ ਹੋਇਆ। ਆਖ ਰਹੇ, ਲਿਵ ਲਾਏ। ਫਿਰ ਉਹਨਾਂ ਦੀ ਗਿਣਤੀ ਕੀਤੀ ਕਿਹੜੇ ਨੇ ਜਿਹੜੇ ਉਹਨੂੰ ਆਖ ਰਹਿ ਕੇ ਉਹਦਾ ਅੰਦਾਜ਼ਾ ਲਾਉਂਦੇ ਰਹੇ। ਆਖੇ ਵੇਦ ਪਾਠ ਪੁਰਾਣ, ਆਖੇ ਵੇਦ। ਹੁਣ ਤੁਸੀਂ ਵੇਖਿਓ ਇੱਥੇ ਵੇਦ ਦੇ ਦੱਦੇ ਨੂੰ ਕੋਈ ਮਾਤਰਾ ਨਹੀਂ ਲੱਗੀ, ਕਿਉਂਕਿ ਇੱਥੇ ਧਾਰਮਿਕ ਗ੍ਰੰਥਾਂ ਦੀ ਗੱਲ ਹੋ ਰਹੀ ਹੈ। ਜਦੋਂ ਵੇਦ ਦੇ ਦੱਦੇ ਨੂੰ ਔਂਕੜ ਆਉਂਦਾ ਉਹਦਾ ਅਰਥ ਗਿਆਨ ਹੈ। ਜਿਵੇਂ ਆਪਾਂ ਜਪਜੀ ਸਾਹਿਬ ਦੀ ਅਖੀਰ 'ਤੇ ਸਲੋਕ 'ਚ ਪੜ੍ਹਾਂਗੇ, ਜਤ ਪਹਾਰਾ ਤੇਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ, ਉੱਥੇ ਦੱਦੇ ਨੂੰ ਔਂਕੜ ਹੈ ਕਿਉਂਕਿ ਉੱਥੇ ਗਿਆਨ ਦੀ ਗੱਲ ਹੈ। ਇੱਥੇ ਵੇਦ ਭਾਵ ਇੱਥੇ ਧਾਰਮਿਕ ਗ੍ਰੰਥ, ਵੇਦ ਪੁਰਾਣ, ਉਹ ਵੀ ਅੰਦਾਜ਼ਾ ਲਾਉਂਦੇ ਥੱਕ ਗਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਉਹਨੂੰ ਪੜ੍ਹਨ ਵਾਲੇ, ਉਹਦੀ ਵਿਆਖਿਆ ਕਰਨ ਵਾਲੇ, ਉਹਦੇ ਬਾਰੇ ਚਰਚਾ ਕਰਨ ਵਾਲੇ, ਉਹ ਵੀ ਅੰਦਾਜ਼ੇ ਲਾਉਂਦੇ ਥੱਕ ਗਏ। ਆਖੇ ਬ੍ਰਹਮੇ, ਆਖੇ ਇੰਦ। ਇੱਥੇ ਬ੍ਰਹਮੇ ਅਤੇ ਇੰਦਰ ਵਰਗੇ ਕਈ ਉਹਦੇ ਅੰਦਾਜ਼ਾ। ਹੁਣ ਇਹ ਤੋਂ ਗੱਲ ਸਪਸ਼ਟ ਹੋ ਗਈ ਨਾ। ਇੱਥੇ ਇਹ ਵੀ ਮਿੱਥ ਹੈ ਜੀ, ਬ੍ਰਹਮੇ ਨੇ ਕਾਇਨਾਤ ਪੈਦਾ ਕੀਤੀ। ਇੱਥੇ ਕਹਿੰਦੇ ਇੱਥੇ ਕਈ ਬ੍ਰਹਮੇ ਅਤੇ ਇੰਦਰ ਵਰਗੇ ਉਹਦੇ ਅੰਦਾਜ਼ਾ ਲਾਉਂਦੇ ਥੱਕ ਗਏ। ਇਹਦਾ ਮਤਲਬ ਉਹ ਰੱਬ ਨਹੀਂ ਸੀ ਨਾ, ਇਹ ਮਿੱਥ ਨਹੀਂ। ਹੁਣ ਇਹਦਾ ਅਰਥ ਨਹੀਂ ਵੀ ਗੁਰੂ ਸਾਹਿਬ ਇੱਥੇ ਜੇ ਬ੍ਰਹਮੇ ਅਤੇ ਇੰਦਰ ਦਾ ਨਾਂ ਲੈ ਰਹੇ ਅਤੇ ਇਹਨਾਂ ਗੱਲਾਂ ਨੂੰ ਮੰਨ ਰਹੇ ਨੇ। ਇਹ ਸਮਾਜ ਦੇ ਲੋਕ ਇਹ ਮੰਨਦੇ ਸੀ ਮਿੱਥਾਂ, ਜਿਵੇਂ ਆਪਾਂ ਪਿੱਛੇ ਗੱਲਾਂ ਕਰਦੇ ਆ ਰਹੇ ਹਾਂ ਵੀ ਇਹ ਸ਼ਬਦ ਤਾਂ ਵਰਤੇ ਗਏ, ਸਮਾਜ ਵਿੱਚ ਇਹ ਪ੍ਰਚਲਿਤ ਸੀ। ਹੁਣ ਰਾਵਣ ਦੀ ਗੱਲ ਹੈ ਜਾਂ ਨਹੀਂ ਹੈ, ਸਾਡਾ ਇਹਦੇ ਨਾਲ ਮਤਲਬ ਥੋੜ੍ਹਾ। ਬਾਬੇ ਕਬੀਰ ਨੇ ਜਦੋਂ ਕਿਹਾ 1 ਲੱਖ ਪੂਤ 1.25 ਲੱਖ ਨਾਤੀ ਵੇਖਣ, ਇਹ ਗੱਲ ਥੋੜ੍ਹਾ ਕਿ ਉਹ ਮੰਨਦੇ ਨੇ ਕਿ 1 ਲੱਖ ਪੁੱਤਰ ਅਤੇ 1.25 ਲੱਖ ਪੁੱਤਰ ਹੈ। ਉਸ ਮਿੱਥ ਨੂੰ ਲੈ ਲਿਆ, ਸਮਝਾਇਆ। ਕਹਿੰਦੇ ਆਖੇ ਬ੍ਰਹਮੇ, ਆਖੇ ਇੰਦ। ਉਹ ਬੰਦਿਆ ਤੂੰ ਇੱਥੇ ਮੂਰਤੀਆਂ ਸਥਾਪਿਤ ਕਰਕੇ ਉਹਨਾਂ ਗਾੜੀ ਮੱਥੇ ਟੇਕੀ ਜਾਣਾ। ਇੱਥੇ ਤੇ ਕਈ ਬ੍ਰਹਮੇ ਅਤੇ ਇੰਦਰ ਵਰਗੇ ਵੀ ਅੰਦਾਜ਼ੇ ਲਾਉਂਦੇ ਥੱਕ ਗਏ। ਇਹਦਾ ਮਤਲਬ ਰੱਬ ਕੋਈ ਹੋਰ ਚੀਜ਼ ਹੈ, ਜਿਨ੍ਹਾਂ ਦੀਆਂ ਤੂੰ ਪੂਜਾ ਕਰਦਾ ਫਿਰਦਾ, ਇਹ ਰੱਬ ਨਹੀਂ ਹੈਗੇ। ਆਖੇ ਬ੍ਰਹਮੇ, ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ। ਕਿੰਨੀਆਂ ਗੋਪੀਆਂ ਅਤੇ ਕਾਨ ਕ੍ਰਿਸ਼ਨ। ਭਾਵੇਂ ਲੋਕ ਅਜੇ ਤੱਕ ਇਹਨਾਂ ਗੱਲਾਂ ਨੂੰ ਮੰਨੀ ਜਾ ਰਹੇ ਨੇ। ਹੁਣ ਸਾਡਾ ਇਹ ਮਤਲਬ ਥੋੜ੍ਹਾ ਵੀ ਅਸੀਂ ਕਿਸੇ ਨੂੰ ਸਮਝਾਉਂਦੇ ਫਿਰੀਏ, ਪਰ ਸਿੱਖ ਹੋਣ ਦੇ ਨਾਂ 'ਤੇ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਸਾਡੇ ਬਾਪੂ ਨੇ ਸਾਨੂੰ ਕਿਹੜਾ ਰਾਹ ਸੌਖਾ ਵਿਖਾਇਆ ਹੈ।
ਆਖੇ ਗੋਪੀ ਤੈਂ ਗੋਬਿੰਦ। ਇੱਥੇ ਕਈ ਗੋਪੀਆਂ ਤੇ ਕ੍ਰਿਸ਼ਨ ਕਾਹਨ ਉਹਦੇ ਅੰਦਾਜ਼ਾ ਲਾਉਂਦੇ ਠੱਗ ਹੈ, ਕਿਉਂਕਿ ਆਖ ਆਖ ਰਹੇ ਲਿਵ ਲਾਏ। ਇਹ ਸਾਰੀ ਗਿਣਤੀ ਉਹੀ ਹੋ ਰਹੀ ਹੈ ਵੀ ਜੇ ਕੋ ਆਖੇ ਬੋਲ ਵਿਗਾੜ। ਇਹ ਤਾਂ ਹੀ ਹੋ ਰਿਹਾ ਸੀ ਨਾ। ਕੋਈ ਕਹਿੰਦਾ ਸੀ ਸਾਡਾ ਰੱਬ ਵੱਡਾ, ਸਾਡੇ ਕੋਲ ਆਓ। ਕੋਈ ਆਂਦਾ ਸੀ ਮੈਂ ਦੱਸੂਗਾ ਰੱਬ ਮੇਰੇ ਕੋਲ ਇੱਦਾਂ ਹੈ। ਆਖੇ ਗੋਪੀ ਤੈ ਗੋਬਿੰਦ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਆਖੇ ਈਸ਼ਰ, ਆਖੇ ਸਿੱਧ। ਈਸ਼ਰ ਸ਼ਿਵ ਜੀ ਵਰਗੇ, ਸਿੱਧ ਕਈ ਸਿੱਧ ਜੋਗੀ। ਆਖੇ ਈਸ਼ਰ, ਆਖੇ ਸਿੱਧ ਤੇ ਆਖੇ ਕੇਤੇ ਕੀਤੇ ਬੁੱਧ। ਇੱਥੇ ਕਿੰਨੇ ਬੁੱਧ ਵਰਗੇ ਪੈਦਾ ਕੀਤੇ, ਕਿੰਨੇ ਬੁੱਧ ਵਰਗੇ ਵੀ ਆਏ ਜਿਹੜੇ ਅੰਦਾਜ਼ਾ ਲਾਉਂਦੇ ਥੱਕ ਗਏ। ਕਿੰਨੇ ਈਸ਼ਰ ਸ਼ਿਵ ਜੀ ਵਰਗੇ ਜਿਹੜੇ ਅੰਦਾਜ਼ਾ ਲਾਉਂਦੇ ਥੱਕ ਗਏ, ਉਹਦਾ ਅੰਤ ਪਾਉਂਦੇ ਥੱਕ ਗਏ, ਪਰ ਕੋਈ ਉਹਦਾ ਅੰਤ ਨਹੀਂ ਪਾ ਸਕੇ। ਇਹਦਾ ਮਤਲਬ ਦੁਨੀਆ ਦੇ ਲੋਕ ਇਹਨਾਂ ਨੂੰ ਭਗਵਾਨ ਕਹਿੰਦੇ ਸੀ, ਇਹਦਾ ਮਤਲਬ ਇਹ ਭਗਵਾਨ ਨਹੀਂ ਸੀ। ਪਰ ਦੁਨੀਆ ਅਜੇ ਵੀ ਮੰਨੀ ਜਾਂਦੀ। ਮੰਨੀ ਜਾਣ ਜਿਹੜੇ ਇਹਨਾਂ ਨੂੰ ਮੰਨਦੇ ਨੇ, ਪਰ ਗੁਰੂ ਨੇ ਸਪਸ਼ਟ ਰਾਹ ਦੱਸ ਦਿੱਤਾ ਸਾਨੂੰ, ਸਿੱਧਾ ਸਪਸ਼ਟ ਰਾਹ, ਪਰ ਅਜੇ ਵੀ ਉਲਝੇ ਪਏ ਨੇ ਸਾਡੇ ਵੀਰ। ਆਖੇ ਈਸ਼ਰ, ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ। ਆਖੇ ਦਾਨਵ ਰਾਖਸ਼, ਆਖੇ ਦੇਵ। ਮੰਨੇ ਜਾਂਦੇ ਰਾਖਸ਼ ਤੇ ਦੇਵ, ਕਹਿੰਦੇ ਇਹ ਵੀ ਅੰਦਾਜ਼ਾ ਲਾਉਂਦੇ ਥੱਕ ਗਏ। ਦੇਵਤੇ ਦੈਂਤ, ਆਖੇ ਸੁਰ ਨਰ ਮੁਨ ਜਨ ਸੇਵ। ਦੇਵਤੇ ਸੁਭਾਅ ਵਾਲੇ ਮਨੁੱਖ, ਆਖੇ ਸੁਰ ਨਰ ਮੁਨ ਜਨ, ਮੁਨੀ ਜਨ, ਇਹ ਸਭ ਉਹਦੇ ਅੰਦਾਜ਼ਾ ਲਾਉਂਦੇ। ਉਹਨੂੰ ਵੱਡਾ ਕਹਿੰਦੇ ਕਹਿੰਦੇ ਹੰਬ ਗਏ। ਆਖ ਆਖ ਰਹੇ ਲਿਵ ਲਾਏ। ਆਖੇ ਸੁਰ ਨਰ ਮੁਨ ਜਨ ਸੇਵ। ਤੇ ਕਿੰਨੇ ਕੇਤੇ ਆਖੇ ਆਖਣ ਪਾਹੇ। ਕਿੰਨੇ ਲੋਕ ਨੇ ਜਿਹੜੇ ਉਹਦਾ ਅੰਦਾਜ਼ਾ ਲਾ ਰਹੇ ਹਨ ਤੇ ਕਿੰਨੇ ਅੰਦਾਜ਼ਾ ਲਾਉਣ ਦਾ ਯਤਨ ਕਰ ਰਹੇ ਹਨ। ਕੇਤੇ ਆਖੇ ਆਖਣ ਪਾਹੇ ਤੇ ਕੇਤੇ ਕਹਿ ਕਹਿ ਉੱਠ ਉੱਠ ਜਾਏ। ਕਿੰਨੇ ਉਹਨੂੰ ਵੱਡਾ ਕਹਿੰਦੇ ਕਹਿੰਦੇ ਉਹਨੂੰ ਬਿਆਨ ਕਰਦੇ ਕਰਦੇ ਦੁਨੀਆ ਤੋਂ ਚਲੇ ਗਏ, ਕੂਚ ਕਰ ਗਏ। ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਕਹਿੰਦੇ ਏਤੇ ਕੀਤੇ ਹੋਰ ਕਰੇ। ਜਿੰਨੇ ਪਹਿਲਾਂ ਕੀ ਪੈਦਾ ਹੋਏ ਨੇ ਇੰਨੇ ਹੋਰ ਪੈਦਾ ਹੋ ਜਾਣ, ਇਹ ਤੋਂ ਵੀ ਕਈ ਗੁਣਾ ਵੱਧ ਹੋਰ ਪੈਦਾ ਹੋ ਜਾਣ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਿ ਫਿਰ ਵੀ ਇਹ ਨਹੀਂ ਬਿਆਨ ਕਰ ਸਕਦੇ ਉਹ ਰੱਬ ਕਿੱਡਾ ਵੱਡਾ। ਅਤੇ ਇੱਥੇ ਕੀ ਹੋ ਰਿਹਾ ਸਾਡੇ ਸਮਾਜ? ਇੱਕ ਦੂਜੇ ਨਾਲੋਂ ਵੱਡਾ ਰੱਬ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਯਾਰੀ। ਮੈਂ ਦੱਸੂਗਾ ਜੀ ਇਹਨਾਂ ਨੇ ਰੱਬ ਨੂੰ, ਇਹਨਾਂ ਨੇ ਰੱਬ ਬਾਰੇ ਦੁਨੀਆ ਨੂੰ ਉਲਝਾਇਆ, ਮੈਂ ਦੱਸਾਂਗਾ ਰੱਬ ਸੌਖਾ ਆ ਹੈ। ਉਹ ਭਲਿਆ ਰੱਬ ਤੇ ਸਿੱਧਾ ਗੁਰੂ ਸਾਹਿਬ ਸਿੱਧਾ ਸਪਸ਼ਟ ਰਾਹ ਦੱਸ ਗਏ ਕਿ ਭਾਈ ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਉਹ ਸਰਬ ਵਿਆਪਕ ਹੈ। ਤੈਨੂੰ ਕਿਤੇ ਵੱਖਰਾ ਜਾਣ ਦੀ ਲੋੜ ਨਹੀਂ, ਤੈਨੂੰ ਸਪੈਸ਼ਲ ਕਿਸੇ ਥਾਂ 'ਤੇ ਜਾ ਕੇ ਮੱਥਾ ਟੇਕਣ ਦੀ ਲੋੜ ਨਹੀਂ। ਪਰ ਇਹ ਕਿਹਾ ਜਾ ਰਿਹਾ ਉਹ ਜਗ੍ਹਾ ਮਾੜੀ ਸਾਡੀ ਚੰਗੀ, ਉੱਥੋਂ ਨਹੀਂ ਦੱਸਣਾ ਅਸੀਂ ਵਿਖਾਵਾਂਗੇ। ਉੱਥੇ ਨਾ ਮੱਥਾ ਟੇਕੋ, ਸਾਡੇ ਕੋਲ ਆਓ, ਅਸੀਂ ਦੱਸਾਂਗੇ ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ। ਕਿਸੇ ਨੇ ਇਸ ਚੀਜ਼ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਭਾਈ ਰੱਬ ਸਤਵੇਂ ਅਸਮਾਨ 'ਤੇ ਬੈਠਾ। ਕਿਸੇ ਨੇ ਇਸ ਚੀਜ਼ 'ਤੇ ਗੁੰਮਰਾਹ ਕੀਤਾ ਕਿ ਰੱਬ ਭਾਈ ਤੂੰ ਰੱਬ ਹੀ ਹੈ, ਤੂੰ ਹੀ ਰੱਬ ਹੈ। ਅੱਛਾ, ਕਿੱਡੀ ਕਮਾਲ ਦੀ ਗੱਲ ਹੈ। ਜਿਨ੍ਹਾਂ ਨੂੰ ਭੱਟ ਸਾਹਿਬਾਨ ਇਹ ਕਹਿੰਦੇ ਨੇ ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ, ਉਹ ਆਮ ਹੋ ਗਏ। ਅਤੇ ਜਿਹੜਾ ਬੰਦਾ ਅੱਤ ਦਾ ਨਸ਼ੇੜੀ ਬੰਦਾ ਹੈ, ਜਿਹੜਾ ਬੰਦਾ ਗਲਤ ਕੰਮਾਂ 'ਚ ਪਿਆ ਹੋਇਆ, ਉਹਨੂੰ ਕਿਹਾ ਜਾ ਰਿਹਾ ਤੂੰ ਰੱਬ ਹੈ, ਤੂੰ ਪਰਮੇਸ਼ਰ ਹੈ। ਹੱਦ ਹੋ ਗਈ। ਕਿੰਨਾ ਨੀਵੇਂ ਪੱਧਰ ਦੀ ਅਸੀਂ ਸਤਿਗੁਰ ਦੀ ਬਾਣੀ ਦੀ ਵਿਆਖਿਆ ਕਰ ਰਹੇ ਹਾਂ। ਉਹ ਭਲਿਓ ਰੱਬ ਸਰਬ ਵਿਆਪਕ ਹੈ, ਪਰ ਜਦੋਂ ਬੰਦਾ ਕੋਈ ਗਲਤ ਕੰਮ ਕਰਦਾ ਉਹ ਇਲਜ਼ਾਮ ਥੋੜ੍ਹਾ ਉਹ 'ਤੇ ਲੱਗੇਗਾ, ਕਿਉਂਕਿ ਉਹਨੂੰ ਤਾਂ ਹੀ ਤੇ ਆਖਿਆ ਸੀ ਅੰਜਨ ਮਾਹੇ ਨਿਰੰਜਨ ਪਾਵੇ। ਭਾਵ ਕੀ ਸੀ? ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਿਉਂ ਆਖਿਆ ਸੀ? ਵੀ ਬੈਠਾ ਵਿੱਚ ਹੈ ਪਰ ਸਾਡੇ ਇਲਜ਼ਾਮਾਂ ਤੋਂ ਉਹ ਬੇਦਾਗ ਹੈ। ਤਾਂ ਆਖਿਆ ਸੀ ਨਾ ਆਦ ਅਨੀਲ ਅਨਾਦ ਅਨਾਹਤ। ਉਹ ਆਦ ਹੈ, ਅਨੀਲ ਹੈ, ਉਹ ਦਾਗ ਤੋਂ ਰਹਿਤ ਹੈ, ਅਨਾਹਤ ਜੁਗ ਜੁਗ ਇੱਕੋ ਵੇਸ ਉਹਦਾ, ਉਹ ਸਦਾ ਇੱਕੋ ਵੇਸ ਵਿੱਚ ਹੈ। ਕੱਲ੍ਹ ਨੂੰ ਕੋਈ ਬੰਦਾ ਰੇਪ ਕਰਦਾ, ਇਹਦਾ ਇਲਜ਼ਾਮ ਤੁਸੀਂ ਥੋੜ੍ਹਾ ਉਹਦੇ 'ਤੇ ਲਾਓਗੇ। ਇਹ ਠੀਕ ਹੈ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਸਰਬ ਵਿਆਪਕ ਪੇਸ਼ ਕਰ ਰਹੀ ਹੈ। ਤਾਂ ਪਿਆਰਿਓ, ਬੜਾ ਸੌਖਾ ਰਾਹ ਸਾਨੂੰ ਸਤਿਗੁਰ ਦੀ ਬਾਣੀ ਨੇ ਬਖਸ਼ਿਸ਼ ਕੀਤਾ ਹੈ। ਬੜਾ ਸਿੱਧਾ ਅਤੇ ਸਪਸ਼ਟ ਰਾਹ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ। ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਅਤੇ ਕੇਤੇ ਆਖੇ ਆਖਣ ਪਾਹੇ ਤੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ। ਜਿੰਨੇ ਪਹਿਲਾਂ ਪੈਦਾ ਹੋਏ ਇੰਨੇ ਹੋਰ ਪੈਦਾ ਹੋ ਜਾਣ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਿ ਹਾਂ ਜੇ ਵਡ ਭਾਵੈ ਤੇ ਵਡ ਹੋਏ। ਉਹ ਜਿੱਡਾ ਆਪਣੇ ਆਪ ਹੁੰਦਾ ਹੈ ਨਾ, ਉਹ ਆਪਣੀ ਕੁਦਰਤ ਨੂੰ ਵਧਾ ਲੈਂਦਾ, ਕਦੀ ਘਟਾ ਲੈਂਦਾ, ਕਦੀ ਕੁਦਰਤ ਵਧਾ ਲੈਂਦਾ, ਕਦੀ ਘਟਾ ਲੈਂਦਾ, ਕਦੀ ਦਿਸ ਪੈਂਦਾ ਹੈ। ਜਿਵੇਂ ਆਪਾਂ ਜਦੋਂ ਆਪਾਂ ਦਿਸਦਾ ਅਣਦਿਸਦਾ ਇੱਕੋ ਕਹਿੰਦੇ ਹਾਂ, ਤਾਂ ਕਿੱਡਾ ਪਿਆਰਾ ਸ਼ਬਦ ਵਰਤੇ, ਜੇਵੜ ਭਾਵੈ ਤੇਵੜ ਹੋਏ। ਇਹ ਤਾਂ ਹੀ ਆਖਿਆ ਸੀ ਨਾ, ਅੰਤਰਨ ਜਾਪੇ ਕਿਆ ਮਨ, ਮਨ ਤੋਂ ਦੇ ਮਨ ਵਿੱਚ ਕੀ ਹੈ ਇਹ ਤੂੰ ਕਿੱਦਾਂ ਦੱਸ ਸਕਦਾ ਵੀ, ਤੂੰ ਕਿੱਦਾਂ ਅੰਦਾਜ਼ਾ ਲਾ ਸਕਦਾ ਵੀ।
ਤੋ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਪਾਤਸ਼ਾਹ ਕਹਿੰਦੇ ਨੇ, ਹੇ ਨਾਨਕ ਆਖ, ਉਹ ਆਪ ਹੀ ਜਾਣਦਾ ਹੈ, ਉਹ ਸੱਚਾ ਵਾਹਿਗੁਰੂ ਮਾਲਕ ਅਕਾਲ ਪੁਰਖ, ਉਹਦੇ ਬਾਰੇ ਤੂੰ ਬਿਆਨ ਨਹੀਂ ਕਰ ਸਕਦਾ। ਹਾਂ, ਸਾਡਾ ਮਕਸਦ ਜ਼ਿੰਦਗੀ ਦਾ ਇੰਨਾ ਕੁ ਹੈ, ਅਸੀਂ ਉਹਦੇ ਗੁਣ ਗਾ ਗਾ ਕੇ ਉਹਦੇ ਵਿੱਚ ਅਭੇਦ ਹੋਣਾ ਹੈ, ਉਹ ਗੁਣ ਆਪਣੀ ਜ਼ਿੰਦਗੀ ਵਿੱਚ ਲਿਆ ਕੇ ਆਪਣੇ ਆਪ ਨੂੰ ਸਚਿਆਰਾ ਬਣਾਉਣ ਦਾ ਯਤਨ ਕਰਨਾ ਹੈ। ਇਹ ਸਾਨੂੰ ਬੜਾ ਸੌਖਾ, ਸਿੱਧਾ ਅਤੇ ਸਪਸ਼ਟ ਰਾਹ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ। ਕਹਿੰਦੇ ਆ ਵੇਖ ਲਓ ਭਾਈ, ਆਉਤਲੇ ਜਿੰਨਿਆਂ ਦੀ ਗਿਣਤੀ ਕੀਤੀ ਹੈ ਨਾ, ਅਖੀਰ ਤੱਕ ਤਾਂ ਜੇ ਕੋ ਆਖੇ ਬੋਲ ਵਿਗੜ, ਜੇ ਕੋਈ ਬੰਦਾ ਬੜਬੋਲਾ ਇਹ ਦੱਸਣ ਦੀ ਕੋਸ਼ਿਸ਼ ਕਰੇ ਮੈਂ ਦੱਸਦਾ ਰੱਬ ਏਡਾ ਵੱਡਾ, ਤੇ ਆ ਜਿਨ੍ਹਾਂ ਦੇ ਨਾਂ ਉੱਪਰ ਲਿਆ ਨਾ, ਕਹਿੰਦੇ ਇੱਥੇ ਕਿੰਨੇ ਬੁੱਧ ਆਏ, ਕਿੰਨੇ ਈਸ਼ਰ ਆਏ, ਕਿੰਨੇ ਬ੍ਰਹਮੇ ਆਏ, ਕਿੰਨੇ ਇੱਥੇ ਦਾਨਵ ਦੇਵ, ਉਹਦੇ ਅੰਦਾਜ਼ੇ ਲਾਉਂਦੇ ਲਾਉਂਦੇ ਥੱਕ ਗਏ, ਪਰ ਕਿਸੇ ਕੋਲੋਂ ਉਹਦਾ ਪ੍ਰੋਪਰ ਅੰਦਾਜ਼ਾ ਨਹੀਂ ਲੱਗਾ। ਬੰਦੇ ਤੇ ਤੂੰ ਕਿੱਦਾਂ ਅੰਦਾਜ਼ਾ ਲਾ ਲੇਗਾ, ਮੈਂ ਦੱਸਾਂਗਾ ਜੀ ਇੱਦਾਂ ਦਾ। ਨਹੀਂ ਭਾਈ, ਤੇਰੇ ਕੋਲ ਇਹ ਕੰਮ ਨਹੀਂ ਹੋਣਾ। ਸਾਡਾ ਮਕਸਦ ਸਿਰਫ ਇੰਨਾ ਹੈ, ਅਸੀਂ ਬਾਣੀ ਸਮਝ ਕੇ ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਲ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਉਹਦੀ ਰਜਾ 'ਚ ਉਹਦੇ ਹੁਕਮ ਦੀ ਪਾਲਣਾ ਕਰਨ ਦੀ ਜਾ ਸਿੱਖੀਏ, ਅਤੇ ਉਹਦੀ ਰਜਾ ਨੂੰ ਮੰਨਣਾ ਕਿਵੇਂ ਹੈ, ਇਹ ਸਾਨੂੰ ਰਾਹ ਸਿੱਧਾ ਸਤਿਗੁਰ ਦੀ ਬਾਣੀ ਨੇ ਬਖਸ਼ਿਸ਼ ਕੀਤਾ ਹੈ। ਬੜਾ ਸਪਸ਼ਟ ਰਾਹ ਸਾਨੂੰ ਗੁਰਬਾਣੀ ਨੇ ਦਿੱਤਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਇਹ ਗੁਣ ਧਾਰਨ ਕਰਕੇ ਆਪਣੀ ਜ਼ਿੰਦਗੀ 'ਚ ਆਈਆਂ ਹੋਈਆਂ ਮੁਸ਼ਕਿਲਾਂ ਨੂੰ ਹੱਲ ਕਰ ਸਕੀਏ ਅਤੇ ਜੀਵਨ ਖੂਬਸੂਰਤ ਬਣਾ ਸਕੀਏ। ਤੁਹਾਡਾ ਧੰਨਵਾਦ ਸਾਧ ਸੰਗਤ ਜੀ, ਤੁਸੀਂ ਰੋਜ਼ਾਨਾ ਸਮਾਂ ਕੱਢ ਕੇ ਜਪ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਜੋ ਇੱਥੋਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਸਿੱਖੀ ਲੈ TV ਦੇ ਮਾਧਿਅਮ ਰਾਹੀਂ ਕੀਤੀਆਂ ਜਾ ਰਹੀਆਂ ਨੇ, ਅਸੀਂ ਇਹ ਕੋਈ ਮੁਕੰਮਲ ਜਾਂ ਅਸੀਂ ਇਹ ਨਹੀਂ ਕਹਿ ਰਹੇ, ਦਾਅਵਾ ਨਹੀਂ ਕਰਦੇ ਵੀ ਜੋ ਅਸੀਂ ਕਿਹਾ ਇਹ ਅਖੀਰਲਾ ਸੱਚ ਹੈ। ਬਾਣੀ ਦੀ ਵਿਚਾਰ ਹੈ ਭਾਈ, ਅਸੀਂ ਕਰ ਰਹੇ ਹਾਂ, ਤੁਸੀਂ ਪਿਆਰ ਨਾਲ ਸੁਣ ਰਹੇ ਹੋ। ਆਪਾਂ ਕੋਸ਼ਿਸ਼ ਕਰੀਏ, ਆਪਾਂ ਸਾਰੇ ਰਲ ਮਿਲ ਕੇ ਸਿੱਖ ਹੋਣ ਦੇ ਨਾਂ 'ਤੇ ਇਸ ਮਹਾਨ ਸਾਗਰ 'ਚ ਚੁੱਭੀਆਂ ਮਾਰ ਕੇ ਇਹਦੇ ਵਿੱਚੋਂ ਮੋਤੀ ਚੁਗਣ ਦਾ ਯਤਨ ਕਰੀਏ। ਤਾਂ ਗੁਰਦੇਵ ਨੇ ਸਾਨੂੰ ਜਿਸ ਭਰਮ 'ਚੋਂ, ਵਹਿਮਾਂ 'ਚੋਂ, ਪਖੰਡਾਂ 'ਚੋਂ, ਕਰਮ ਕਾਂਡਾਂ 'ਚੋਂ ਬਾਹਰ ਕੱਢਿਆ, ਆਪਾਂ ਉਹਨਾਂ 'ਚੋਂ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਉਸ ਅਮੋਲਕ ਪਰਮਾਤਮਾ ਦੇ ਨਾਲ ਜੋੜ ਕੇ ਆਪ ਵੀ ਅਮੋਲਕ ਹੋਣ ਦਾ ਯਤਨ ਕਰ ਸਕੇ, ਜ਼ਿੰਦਗੀ ਖੂਬਸੂਰਤ ਬਣ ਸਕੇ। ਸਾਰਿਆਂ ਦਾ ਧੰਨਵਾਦ। ਆਪ ਜੀ ਬੜੀ ਇਕਾਗਰਤਾ ਦੇ ਨਾਲ, ਬੜੇ ਟਿਕਾ ਨਾਲ ਰੋਜ਼ ਇਹ ਵਿਚਾਰਾਂ ਸਰਵਣ ਕਰਦੇ ਹੋ। ਸਾਰਿਆਂ ਦਾ ਧੰਨਵਾਦ। ਇੱਦਾਂ ਹੀ ਆਪਾਂ ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਬਾਣੀ ਦੀਆਂ ਵਿਚਾਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਜਿਵੇਂ ਅੱਜ ਆਪਾਂ 26 ਨੰਬਰ ਪੌੜੀ ਦਾ ਪਾਠ ਅਤੇ ਵਿਚਾਰ ਸਰਵਣ ਕੀਤੇ ਨੇ, ਆਓ ਸਾਧ ਸੰਗਤ ਸਮਝ ਕੇ ਸਤਿਗੁਰ ਦੀ ਬਾਣੀ ਪੜ੍ਹੀਏ ਅਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।